वाहगुरु जी का खालसा वाहगुरु जी की फतेह। ਅੱਜ ਆਪਾਂ ਗੁਰਮਤਿ ਵੈਦਿਕ ਪ੍ਰਣਾਲੀ ਚੈਨਲ ਤੇ ਪੰਨਾ 473 ਤੇ ਦਰਜ ਮਹੱਲਾ ਪਹਿਲਾ ਦਾ ਜੋ ਦੂਸਰਾ ਸ਼ਲੋਕ ਹੈ, ਜੋ ਕਿ 19 ਨੰਬਰ ਪੌੜੀ ਦਾ ਸ਼ਲੋਕ ਹੈ, ਉਸ ਦੀਆਂ ਆਖਰੀ ਜੋ ਦੋ ਪੰਕਤੀਆਂ ਹਨ ਉਹਨਾਂ ਦੇ ਵਿਚਾਰ ਲੈ ਕੇ ਹਾਜ਼ਰ ਹੋਏ ਹਾਂ। ਤੇ ਆਪਾਂ ਜਿਵੇਂ ਪਹਿਲਾਂ ਵੀ ਇਸ ਤਰ੍ਹਾਂ ਹੀ ਦੱਸਿਆ ਹੈ ਕਿ ਕੁਝ ਰਵਾਇਤੀ ਅਰਥ ਹੋਏ ਹਨ, ਉਹਨਾਂ ਤੇ ਹੁਣ ਸਮੇਂ ਨਾਲ ਪਹਿਲਾਂ ਨਾਲੋਂ ਕੁਛ ਨਾ ਕੁਛ ਗਿਆਨ ਦਾ ਹੋਰ ਬੋਧ ਹੋਣ ਕਰਕੇ ਉਹ ਅਰਥਾਂ ਨੂੰ ਆਪਾਂ ਹੋਰ ਸਪਸ਼ਟ ਕਰਨੇ ਚਾਹੁੰਦੇ ਹਾਂ। ਜਿੱਥੇ ਕੁਛ ਊਣਤਾਈਆਂ ਹਨ ਉਹਨਾਂ ਵੱਲ ਵੀ ਧਿਆਨ ਦਿਵਾਉਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਤੇ ਜੋ ਰਵਾਇਤੀ ਅਰਥ ਆਪਣੇ ਕੋਲ ਦੋ ਟੀਕੇ ਹਨ, ਜੋ ਕਿ ਪੂਰੀ ਗੁਰਬਾਣੀ ਦਾ ਟੀਕਾ ਦੋ ਵਾਰ ਲਗਭਗ ਥੋੜੇ ਥੋੜੇ ਸਮੇਂ ਦੀ ਵਿੱਥ ਨਾਲ ਹੋਇਆ। ਪਹਿਲਾ ਜੋ ਟੀਕਾ ਹੈ ਉਹ ਫਰੀਦਕੋਟ ਵਾਲਾ ਟੀਕਾ ਹੈ, ਜਿਨ੍ਹਾਂ ਨੇ ਕਿ ਪਹਿਲੀ ਵਾਰ ਪੂਰੀ ਗੁਰਬਾਣੀ ਦੇ ਅਰਥ ਕੀਤੇ ਸਨ, ਉਹ ਇਸ ਨਾਮ ਨਾਲ ਜਾਣਿਆ ਜਾਂਦਾ ਹੈ। ਦੂਸਰਾ ਟੀਕਾ ਗੁਰਬਾਣੀ ਦਰਪਣ ਜੋ ਹੈ ਉਹ ਪ੍ਰੋਫੈਸਰ ਸਾਹਿਬ ਸਿੰਘ ਦਾ ਕੀਤਾ ਹੋਇਆ। ਦੋਨਾਂ ਦੇ ਆਪਾਂ ਅਰਥ ਪੜ੍ਹ ਲੈਂਦੇ ਹਾਂ। ਜਿਤ ਮੁਖ ਸਦਾ ਸਲਾਹੀ ਹੈ, ਭਾਗਾ ਰੱਤੀ ਚਾਰ, ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਜਿਤ ਮੁਖ करके सदीवी काल परमेश्वर की शोभा करीती है, तिसके भागों की चार सुंदरवा चार वेद कहते हैं। उसके भाग की रत्ती है, श्री गुरु जी कहते हैं, ते सच्चे के दरबार में तिनके मुख उजल होते हैं। ते प्रोफेसर साहब सिंह जी दसते हैं अपने मुंह नाल सदा प्रभु दे गुण गाउंदा है। उस दे मत्थे उत्ते भागां दी मणि है, ਭਾਵ ਉਸ ਦਾ ਮੱਥਾ ਭਾਗਾਂ ਵਾਲਾ ਹੈ। ਇਹ ਨਾਨਕ ਉਹੀ ਮੁਖ ਉਸ ਸੱਚੇ ਪ੍ਰਭੂ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ। ਤੇ ਉਹਨਾਂ ਨੇ ਇੱਕ ਨੋਟ ਵੀ ਦਿੱਤਾ ਹੈ, ਲਫ਼ਜ਼ ਭੰਡ ਵਿਆਕਰਣ ਅਨੁਸਾਰ ਪੁਲਿੰਗ ਹੈ, ਵੇਖੋ ਗੁਰਬਾਣੀ ਵਿਆਕਰਣ। ਸੋ ਆਪਾਂ ਪੁਲਿੰਗ ਹੀ ਮੰਨਿਆ ਹੈ ਤੇ ਇਸ ਦੇ ਜੋ ਅਰਥ ਹਨ ਭੰਡ ਦੇ ਆਪਾਂ ਸ਼ੁੱਧ ਹਿਰਦਾ ਕੀਤੇ ਹਨ। ਇਸੇ ਵਿਚਾਰ ਨੂੰ ਆਪਾਂ ਅੱਗੇ ਜਾਰੀ ਰੱਖਦੇ ਹਾਂ ਕਿ ਜਿਹੜੇ ਦੋ ਸ਼ਲੋਕ ਦਰਜ ਹਨ, ਆਪਾਂ ਪਹਿਲਾਂ ਵੀ ਇਹ ਵਿਚਾਰ ਕੀਤੀ ਹੈ ਕਿ ਉਹ ਇੱਕ ਪ੍ਰਕਰਨ ਚ ਦਰਜ ਹਨ, ਉਹ ਇੱਕ ਦੂਏ ਦਾ ਅਰਥ ਪੂਰਾ ਕਰਦੇ ਨੇ। ਜਿਹੜਾ ਪਹਿਲਾ ਸ਼ਲੋਕ ਦੀਆਂ ਦੋ ਅਖੀਰੀ ਪੰਕਤੀਆਂ ਹਨ ਉਹਦੇ ਵਿੱਚ ਜੋ ਉਪਦੇਸ਼ ਹੈ ਉਹ ਹੈ, ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਏ, ਨਾਨਕ ਏਵੇਂ ਜਾਣੀਏ, ਤਿਤ ਮੁਖ ਥੁੱਕਾਂ ਪਾਏ। ਇਸ ਤੋਂ ਪਤਾ ਲੱਗਦਾ ਹੈ ਕਿ ਇੱਥੇ ਜੋ ਉਪਦੇਸ਼ ਹੈ ਉਹ ਇਹ ਇਸ਼ਾਰਾ ਕਰਦਾ ਹੈ ਕਿ ਮੁਕਤੀ ਨਹੀਂ ਮਿਲੀ। ਧਰਮ ਦਾ ਕਾਜ ਵੀ ਕੀਤਾ ਪਰ ਮੁਕਤੀ ਤੋਂ ਬਿਨਾਂ ਰਹਿ ਗਏ, ਕਿਉਂਕਿ ਨਾਵੇਂ ਨਹੀਂ ਸੀ। ਬਿਨ ਨਾਮ ਹੈ, ਨਾਵੇਂ ਦਾ ਧਰਮ ਵਿੱਚ ਹੋਣਾ ਜ਼ਰੂਰੀ ਹੈ। ਬਿਨ ਨਾਵੇਂ ਨਾਇ ਕੋ ਥਾਉ, ਇਹ ਗੱਲ ਗੁਰੂ ਨਾਨਕ ਜੀ ਨੇ ਸਾਨੂੰ ਇੱਥੋਂ ਹੀ ਸਮਝਾਈ ਹੈ ਕਿ ਗੁਰਬਾਣੀ ਵਿੱਚ ਨਾਵੇਂ ਦੀ ਹੋ ਵਿਆਖਿਆ ਸਾਰੀ। ਸੋ ਬਿਨ ਨਾਮ ਹੈ, ਜੇ ਆਪਾਂ ਸਿਰਫ ਜ਼ਿੰਦਗੀ ਜੂ ਰਹੇ ਨੇ ਤੇ ਆਪਣੇ ਕੰਮਕਾਜ ਜੋ ਬਾਕੀ ਜੂਨੀਆਂ ਵਾਲੇ ਕਰ ਰਹੇ ਹਨ, ਤਾਂ ਆਪਾਂ ਨੂੰ ਇਸ ਗੱਲ ਦਾ ਉਲਾਮਾ ਮਿਲੇਗਾ। ਉਹ ਹੁਣ ਦੂਸਰਾ ਜਿਹੜਾ ਸ਼ਲੋਕ ਹੈ, ਜਿਤ ਮੁਖ ਸਦਾ ਸਲਾਹੀਏ, ਹੁਣ ਉੱਥੇ ਸੀਗਾ ਜਿਤ ਮੁਖ ਨਾਮ ਨਾ ਉਚਰੇ, ਉੱਥੇ ਤਾਂ ਨਾਮ ਹੈ ਹੀ ਨਹੀਂ ਸੀ ਕਿਉਂਕਿ ਨਾਵੇਂ ਨਹੀਂ ਸੀ। ਹੁਣ ਜੋ ਦੂਸਰਾ ਸ਼ਲੋਕ ਹੈ ਇਹਨਾਂ ਕੋਲ ਤਾਂ ਨਾਵੇਂ ਹੈ, ਨਾਵੇਂ ਦੇ ਥਰੂ ਹੀ ਭੰਡ ਹਿਰਦੇ ਵਿੱਚ ਭੰਡ ਜੰਮੀ ਹੈ, ਇਹਨਾਂ ਨੂੰ ਤਾਂ ਜਨਮ ਪਦਾਰਥ ਮਿਲ ਚੁੱਕਿਆ ਹੈ। ਭਾਗਾਂ ਰਤੀ ਚਾਰ, ਕਿ ਜੋ ਦੋ ਭਾਗ ਹਨ ਉਹਨਾਂ ਦੇ ਵਿੱਚ ਬੁੱਧੀ ਹੈ, ਬੁੱਧੀ ਦਾ ਕੰਮ ਹੈ, ਉਹ ਆਪਾਂ ਅੱਗੇ ਵੀ ਕਰਾਂਗੇ। ਮਨ ਨੂੰ ਸਮਝਾਉਣਾ, ਜਦ ਮਨ ਨੂੰ ਸਮਝਾਉਂਦੀ ਹੈ ਬੁੱਧੀ, ਪਹਿਲਾਂ ਆਪ ਰਤੀ ਜਾਂਦੀ ਹੈ ਫਿਰ ਮਨ ਨੂੰ ਸਮਝਾਉਂਦੀ ਹੈ। ਬੁੱਧੀ ਨੂੰ ਰੰਗ ਜੋ ਹੈ ਉਹ ਪਹਿਲਾਂ ਮੂਲ ਵਾਲਾ ਚੜਿਆ ਹੁੰਦਾ। ਬੁੱਧੀ ਜੋ ਹੈ ਆਪਣੇ ਅਗਲੇ ਭਾਗ ਨੂੰ, ਭਾਗ ਦਾ ਭਾਵ ਹੁੰਦਾ ਹਿੱਸਾ, ਉਹਨੂੰ ਉਹੀ ਗਿਆਨ ਦੇ ਕੇ ਉਹਦੇ ਔਗੁਣ ਦੂਰ ਕਰ ਦਿੰਦੀ ਹੈ। ਔਰ ਇਹ ਚਾਰ ਦਾ ਹੀ ਆਪਾਂ ਵਿਚਾਰ ਕਰਾਂਗੇ ਅੱਗੇ ਕੀ ਹੈ। ਨਾਨਕ ਤੇ ਮੁਖ ਉਜਲੇ, ਹੁਣ ਇੱਥੇ ਉਜਲੇ ਮੁਖ ਹੈ ਔਰ
जन्म पदार्थ प्राप्त है। जित जम्मे राजान तित सच्चे दरबार। वो सच्चे दे दरबार विच मुख उजला है। पहलियां नूं थुक्कां पै रहीआं है। तो जीव दो प्रकार दे हैं, एक मुक्त है जिन्हां कोल कुछ भी प्राप्ति नहीं हुई, तो जेडे दूसरे आपां कर रहे हैं दूसरे श्लोक विच जेडे जीवां दा जिक्र आ रहा है वो मुक्त ने। मुक्ति तो अगे भी उन्होंने दो पदार्थ जेडे ने जेडी गुरमत दे मन्ने हुए ने वो उन्होंने कर लए ने। सो इस दे होर प्रकरण च आपां जे देखते हैं इनू होर समझण लई हरी हरी नाम जपो मन मेरे। ये गुरमत दी टेक्नीक है, गुरमत दी विधि है, गुरमत दी जुक्ति है। मुखी गुरमुख प्रीत लगाती। हुण आपां जे मुख दे अर्थ मूँह करांगे तां प्रीत मूँह नाल नहीं लगदी हुंदी, क्योंकि ये मुख ने नहीं उत्थे जाना। नानक ते मुख उजले, ये वाला जिहड़ा साडा फेस है सकल है, ये तां इत्थे रह जाना। ये मुख नहीं है, वो कोई होर मुख है जिहदे बारे आपां होर भी विस्तार करांगे। जी ने कि उजला होना, वो हुण उजला नहीं है। ये फेस तो उजला किया जा सकता, पर वो मुख उजला जिहड़ा है वो ज्ञान नाले हुंदा, नहीं उसते विच मैल रह जाती है। सो उस पक्षों गल समझण दी लोड़ है कि मूँह नाल बोलना जो है उहदे नाल उजले नहीं है। साडा मन कित्थे खड़ा है? मन ने जपना सी हरि नूं, हरि नाम दे थ्रू जानना सी जिहड़ा कि गुरबाणी विच है। मुख गुरमुख प्रीत लगाती, फिर हिरदे विच प्रीत पैदा हो जाती है। जित मुख भाग लिखिया तुर साचे। हुण वो जिहड़ा हिरदा है मुख, उहदे विच एक भाग हैगा जिहड़ा कि पहला इस तो वांझा सी। जिहड़ा वांझा सी उहदे अंदर आपां देखदे हां कि उस भाग दे अंदर हुक्म समझ के उन्हें भाणा मन लिया, तां फिर वो अंदर कुछ भाग दे लिखिया गया है। ये एक भाग है जिहदे ते लिखना है, दूसरा तो वैसे ही भाणे च ही है। एक भाग है साडा जिहड़ा भाणे च नहीं है। उस भाग ते जे लिखता हर तितमुख नाम जपाती, उन्हां दे फिर पर किरपा हुंदी है चार पदार्थ लेके वो फिर अगे दूसरिਆਂ ਨੂੰ नाम जपाਉਂਦੇ, भंडो ही भंड उपजे। सो ये सारा एक अपने कोल प्रोसीजर है जिहड़ा गुरमत दा मन्निया होया कि पहला हरि नूं जानन लई हरि नाम चाहिदा है, फिर मन जप लैंदा उहनूं, फिर उहनूं प्रीत लग जाती है, फिर वो चार पदार्थ प्राप्त कर लैंदा है, फिर उसदे अंदर उही सच दा प्रगटावा हो जाता है। वो फिर महला दूजा जिवें आपां समझिए वो फिर अपने हिरदे चों उही नाम प्रगट दोबारा कर दिंदे ने, उही ज्ञान प्रगट करते हैं जिहदे नाल कि पहला वो आप एक होए सी। जित मुख तू सलाहिए तित मुख भूख, तित मुखी कैसी भूख। हुण जिहड़े हिरदे नाल सलाए जाने, क्योंकि मुख च तां भुख है नहीं, मन जिहड़ा हैगा वो हिरदे च है, हिरदे नूं दे विच मन नूं अज्ञानता है, वो जे सलाहना करता है ਉਹਦੀ ये भुख दूर हो जाती है, संतोखी हो जाता है। सो जिहड़ा नाम हैगा, जिहड़ा गुरबाणी का ज्ञान है वो संतोख पैदा करता है। ते जिहड़ी श्लोक की गल आपां कर रहे हैं, जित मुख नाम ना उचरे बिन नाम रस खाए, उहनूं तां भुख है। वो जीव भुख च है, चाहे वो अपने आप को धर्मी मनता, तां ही जिहड़ा भुखा जाएगा उहदे ते थुक पएगी। जिहड़ा रज के जाएगा इत्थों ज्ञान लेके जाएगा बेदमत दा, ਉਹਦੇ अंदर भुख नहीं रहिंदी, वो संतोखी हुंदा ते संतोखी नूं ही नाम मिलता है। फिर हमेशा संतोख धारण करन वालियां नूं नाम पदार्थ प्राप्त हुंदा। हुण आपां देखदे हां कि हिरदा आपां प्रमुख तौर ते लेके चले हैं। हिरदा ही मुख है। हिरदा शब्द 10 बार आउंदा गुरबाणी च, ते इहदे विच बहुत स्पैसीफाई कीता है अंतर हिरदा। एक हिरदा अपना हार्ट हुंदा, ये है पर स्पिरिचुअल हार्ट है, ये अंतर है। ये ने शुद्ध और शुद्ध होना, दूसरे तक ब्लड जाना, उन्हें अपना काम करना, उन्हें ऑक्सीजन लेके शरीर नूं चलदा रखना, पर यह शुद्ध और शुद्ध हुंदा। अंतर हिरदा शुद्ध करने की गल है, यही भंड है।
ਤੇ ਇਸ ਦੇ ਨਾਲ ਇਹ ਰੈਫਰੈਂਸ ਆਉਂਦਾ ਹਿਰਦਾ ਸ਼ੁੱਧ ਹੈ, ਉਹ 4 ਵਾਰ ਆਉਂਦਾ। ਹਿਰਦਾ ਸ਼ੁੱਧ ਜੋ ਹੈ ਉਹ 2 ਆਪਣਾ 7 ਵਾਰ ਆਇਆ ਕਿ ਹਿਰਦੇ ਦੇ ਨਾਲ ਸ਼ੁੱਧ ਲੱਗਦਾ ਹੀ ਲੱਗਦਾ ਐਡਜੈਕਟਿਵ। ਹਿਰਦੇ ਦੀ ਅਵਸਥਾ ਦੱਸਣ ਲਈ ਕਿ ਸ਼ੁੱਧ ਹੈ ਕਿ ਅਸ਼ੁੱਧ ਹੈ, ਇਹ ਐਡਜੈਕਟਿਵ ਲੱਗਦਾ। ਔਰ ਇੱਕ ਜਗ੍ਹਾ ਕਮਾਲ ਦੀ ਗੱਲ ਇਹ ਹੈ ਵੀ ਹਿਰਦੇ ਨੂੰ ਸ਼ੁੱਧ ਲਿਖਿਆ ਹੋਇਆ। ਗੁਰਬਾਣੀ ਦਾ ਇਹ ਨੇਮ ਹੈ ਕਿ ਜਦ ਅਸੀਂ ਕਦੇ ਵੀ ਕਿਸੇ ਵਰਡ ਨੂੰ ਨੈਗੇਟਿਵ ਵੀ ਕਰਨਾ ਹੋਵੇ ਤੇ ਕਾਫੀ ਜਗ੍ਹਾ ਤੇ ਮੂਹਰੇ ਆੜਾ ਲੱਗ ਕੇ ਜਾਂ ਕੱਕਾ ਲੱਗ ਕੇ ਉਹਦੇ ਅਰਥ ਉਲਟ ਜਾਂਦੇ ਆ ਕਿ ਜਾਂ ਤਾਂ ਹਿਰਦਾ ਕੁਸ਼ੁੱਧ ਹੈ ਜਾਂ ਸ਼ੁੱਧ ਹੈ। ਜਿਹਦਾ ਹਿਰਦਾ ਕੁਸ਼ੁੱਧ ਹੈ ਉਹਨੂੰ ਥੁੱਕਾਂ ਪੈਣਗੀਆਂ, ਜਿਹਦਾ ਹਿਰਦਾ ਸ਼ੁੱਧ ਹੈ ਉਹਨੂੰ ਮੁੱਖ ਉਜਲਾ ਹੋ ਜਾਏਗਾ। ਸੋ ਹਿਰਦੇ ਦੀ ਉਹੀ ਗੱਲ ਹੈ, ਹਿਰਦਾ ਸ਼ੁੱਧ ਸ਼ੁੱਧ ਹੋਣ ਦੀ ਗੱਲ ਹੈ। ਤੇ ਇਹ ਸਵਾਲ ਜੋਗੀਆਂ ਨੇ ਪੁੱਛਿਆ ਹੋਇਆ ਗੁਰੂ ਨਾਨਕ ਜੀ ਨੂੰ, ਜਿਹੜੀ ਸਿੱਧ ਗੋਸ਼ਟ ਬਾਣੀ ਹੈ ਉਹਦੇ ਵਿੱਚ 66 ਨੰਬਰ ਪੌੜੀ 'ਚ, ਜਾ ਇਹ ਹਿਰਦਾ ਦੇ ਨਾ ਹੋਤੀ ਤੋ ਮਨ ਕੈਠੇ ਰਹਿਤਾ। ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ, ਪੰਡਿਤ ਨਾਲੋਂ ਵੱਧ ਗਿਆਨ ਹੈ ਇਸ ਗੱਲ ਦਾ ਕਿ ਜੇ ਦੇਹ ਨਾ ਹੁੰਦੀ, ਦੇਹ ਦੇ ਵਿੱਚ ਹਿਰਦਾ, ਹਿਰਦੇ ਦੇ ਵਿੱਚ ਮਨ ਹੈ, ਤੇ ਫਿਰ ਮਨ ਕਿੱਥੇ ਜਾਂਦਾ? ਜਦੋਂ ਆਪਣੀ ਬਾਹਰਲੀ ਦੇਹ ਬਿਣਸਦੀ ਹੈ, ਹਿਰਦਾ ਬਿਣਸਦਾ, ਮਨ ਕਿੱਥੇ ਜਾਂਦਾ? ਮਨ ਚੇਤਨ ਚੀਜ਼ ਹੈ। ਹਿਰਦਾ ਦੇ ਨਾ ਹੋਤੀ ਉਦੋਂ ਤੋਂ ਮਨ ਸੁਣ ਰਹੇ ਬੈਰਾਗੀ। ਇਹ ਜਵਾਬ ਦਿੱਤਾ। ਜਦ ਹਿਰਦਾ ਦੇਹ ਨਹੀਂ ਹੁੰਦੀ, ਜੇ ਸਰੀਰ ਛੁੱਟ ਜਾਂਦਾ ਹੈ ਤਾਂ ਫਿਰ ਮਨ ਸੁੰਨ ਹੋ ਜਾਂਦਾ। ਉਸ ਸਮੇਂ ਕਿਉਂਕਿ ਤ੍ਰਿਕੁਟੀ ਨਹੀਂ ਹੈ, ਮਨ ਦਾ ਨਿਵਾਸਾ ਤ੍ਰਿਕੁਟੀ 'ਚ ਹੈ, ਉਹ ਸੁੰਨ ਹੋ ਜਾਂਦਾ। ਜੇ ਉਹ ਦੁਬਾਰਾ ਸਰੀਰ ਧਾਰਦਾ, ਜੇ ਉਹਨੂੰ ਭੰਡ 'ਚ ਦੁਬਾਰਾ ਮਿਲਦੀ ਐਂਟਰੀ, ਫਿਰ ਭੰਡ ਦੇ ਵਿੱਚ ਉਹ ਐਕਟਿਵ ਹੁੰਦਾ। ਹੁਣ ਉਹਦੀ ਮਰਜ਼ੀ ਹੈ ਕਿ ਉਹਨੇ ਉਸ ਹਿੱਸੇ ਨੂੰ ਸ਼ੁੱਧ ਕਰਨਾ ਹੈ ਕਿ ਸ਼ੁੱਧ ਇਹ ਵਾਪਸ ਚਲੇ ਜਾਣਾ। ਇਹ ਹੁਣ ਜੀਵ ਦੀ ਆਪਣੀ ਮਰਜ਼ੀ ਹੈ। ਹਾਂ, ਉਪਦੇਸ਼ ਹੀ ਨੂੰ ਹੈ। ਜੋ ਹਿਰਦਾ ਸ਼ੁੱਧ ਦੇ ਬਾਰੇ ਬੜੀ ਵਿਆਖਿਆ ਹੈਗੀ ਹੈ। ਜਿਨ ਗੁਰਮੁਖੀ ਹਿਰਦਾ ਸ਼ੁੱਧ ਹੈ, ਕਿਸੇ ਹੋਰ ਦਾ ਸ਼ੁੱਧ ਹਿਰਦਾ ਨਹੀਂ ਮੰਨਿਆ ਹੋਇਆ। ਸੇਵ ਪਈ ਤਿੰਨ ਥਾਏ, ਕਿਉਂਕਿ ਮਨ ਔਰ ਚਿੱਤ ਦੇ ਔਗਣ ਉਹਨਾਂ ਨੇ ਕੱਟਤੇ ਹੈ, ਇਹੀ ਸੇਵ ਸੀ। ਕਹੋ ਨਾਨਕ ਜਿਸ ਕਿਰਪਾ ਧਾਰੇ ਹਿਰਦਾ ਸ਼ੁੱਧ ਬ੍ਰਹਮ ਵਿਚਾਰੇ। ਹੁਣ ਜਿਹਨਾਂ ਪਰ ਇਹ ਕਿਰਪਾ, ਜਿਹਨਾਂ ਨੇ ਮੰਗੀ ਉਹਨਾਂ ਨੂੰ ਕਿਰਪਾ ਹੋ ਜਾਂਦੀ ਆ। ਕਿਸੇ ਨਾ ਕਿਸੇ ਇਹੋ ਜਿਹੀ ਸੰਗਤ ਜਾਂ ਉਹੀ ਜਗ੍ਹਾ ਪਰਮੇਸ਼ਰ ਉਹਨਾਂ ਨੂੰ ਲੈ ਜਾਂਦਾ ਜਿੱਥੇ ਕਿ ਉਹਨਾਂ ਨੂੰ ਇਸ ਚੀਜ਼ ਦੀ ਪ੍ਰਾਪਤੀ ਹੁੰਦੀ ਹੈ। ਪਰ ਉਹ ਇੱਕ ਗੱਲ ਦੀ ਗਰੰਟੀ ਦਿੱਤੀ ਜਾਂਦੀ ਹੈ ਕਿ ਬ੍ਰਹਮ ਵਿਚਾਰ ਤੋਂ ਬਿਨਾਂ ਹਿਰਦਾ ਸ਼ੁੱਧ ਨਹੀਂ ਹੁੰਦਾ। ਤਾਂ ਹੀ ਕਬੀਰ ਜੀ ਵੀ ਕਹਿੰਦੇ, ਕਬੀਰ ਮਨ ਨਿਰਮਲ ਭਇਆ ਪਾਇਆ ਬ੍ਰਹਮ ਗਿਆਨ। ਹੁਣ ਬ੍ਰਹਮ ਵਿਚਾਰ ਜੋ ਹੈ, ਬ੍ਰਹਮ ਸਾਡਾ ਮੂਲ ਹੈ। ਬ੍ਰਹਮ ਨਾਲ ਬ੍ਰਹਮਾ ਨੇ ਵਿਚਾਰ ਕਰਨੀ ਹੈ, ਜਿਹੜਾ ਕਿ ਸਾਡਾ ਮਨ ਹੈ। ਸੋ ਮਨ ਔਰ ਮੂਲ ਦੇ ਵਿੱਚ ਵਿਚਾਰ ਹੋਣੀ ਹੈ, ਦੋ ਚੀਜ਼ਾਂ ਚਾਹੀਦੀਆਂ। ਤੇ ਮਨ ਜਿਹੜਾ ਉਹ ਭਰਮ 'ਚ ਹੁੰਦਾ, ਉਹ ਜੇ ਭਰਮ ਛੱਡ ਦੇਵੇ ਤਾਂ ਉਹ ਸਾਰੀ ਸਪੇਸ ਸ਼ੁੱਧ ਹੋ ਜਾਂਦੀ, ਕਿਉਂਕਿ ਮਨ ਚਿੱਤ ਦੇ ਬਾਹਰ ਹੁੰਦਾ। ਇਹਦਾ ਵੀ ਆਪਾਂ ਵਿਚਾਰ ਕਰਾਂਗੇ। ਜਿਹਨਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ, ਹਰਿ ਭਗਤ ਹਰਿ ਲੀਜੈ। ਸ਼ੁੱਧ ਹਿਰਦੇ ਤੋਂ ਅੱਗੇ ਵੀ ਕੁਝ ਮਿਲਦਾ, ਉਹਦੇ ਬਾਅਦ ਹਰੀ ਦੀ ਭਗਤੀ ਕਰਕੇ ਫਿਰ ਹਰੀ ਦੇ ਵਿੱਚ ਸਮਾਈ ਜਾਏਗਾ। ਤਿਤ ਸੱਚੇ ਦਰਬਾਰ, ਇਹ ਉਹ ਗੱਲ ਹੈ। ਹਿਰਦਾ ਸ਼ੁੱਧ ਹਰੀ ਸੇਵ ਦੇ, ਸੋਹੇ ਗੁਣ ਗਾਇਆ। ਜਦ ਹਿਰਦਾ ਸ਼ੁੱਧ ਹੋ ਗਿਆ, ਫਿਰ ਹਰੀ ਦੀ ਸੇਵਾ ਕਰਨੇ ਲੱਗੇ, ਫਿਰ ਉਹ ਗੁਣ ਗਵਾਉਂਦਾ ਹੈ ਉਹਨਾਂ ਤੋਂ ਦੁਬਾਰਾ। ਉਹ ਬਾਣੀ ਆ ਕੇ ਦੁਬਾਰਾ ਪ੍ਰਗਟ ਕਰਦੇ ਹੈ। ਜਿਵੇਂ ਆਪਾਂ ਇੱਕ ਬੀਜ ਬੀਜਿਆ, ਉਹ ਤੋਂ ਬਾਅਦ ਇੱਕ ਆਪਾਂ ਨੂੰ ਪਲਾਂਟ ਮਿਲ ਜਾਂਦਾ, ਉਹਦੇ ਵਿੱਚ ਦੁਬਾਰਾ ਉਹੀ ਬੀਜ ਬਹੁਤ ਗੁਣਾ ਵੱਧ ਕੇ ਆਉਂਦਾ। ਇਸ ਤਰ੍ਹਾਂ ਹੀ ਪਿੱਛੋਂ ਚੱਲਦਾ ਆਇਆ, ਇੱਕ ਮਹੱਲੇ ਤੋਂ ਦੂਸਰੇ, ਇੱਕ ਭਗਤ ਦੂਸਰੇ। ਜਿੱਥੇ ਜਿੱਥੇ ਹਿਰਦਾ ਸ਼ੁੱਧ ਹੋ ਹੀ ਗਿਆ, ਉਹ ਹਰੀ ਨੂੰ ਸੇਵਦੇ ਰਹੇ। ਉਹਨਾਂ ਨੇ ਫਿਰ ਉਹੀ ਗੁਣ ਗਾਏ, ਪਰਮੇਸ਼ਰ ਦੇ ਗੁਣ ਗਾਏ। ਹਰੀ ਹਰੀ ਕਰੇ ਨਿਤ ਕਪਟ ਕਮਾਵੇ। ਹੁਣ ਇਹ ਵੱਡਾ ਟੋਲਾ ਹੈ ਵੈਸੇ, ਇਹਨਾਂ ਨੇ ਕਰਿਆ ਤਾਂ ਹੈ ਹਰੀ ਹਰੀ। ਇਹ ਹਰੇਕ ਧਰਮ 'ਚ ਚੱਲਦਾ ਇਸ ਤਰ੍ਹਾਂ ਕਿ ਕੁਛ ਅੱਖਰ ਆਪਣੇ ਆਪ 'ਚ ਪਵਿੱਤਰ ਮੰਨ ਲਏ ਜਾਂਦੇ ਆ, ਉਹਨਾਂ ਦੀ ਰੈਪੀਟੀਸ਼ਨ ਚੱਲਦੀ ਰਹਿੰਦੀ ਹੈ। ਪਰ ਮਨ ਜੋ ਹੈ ਉਹਨਾਂ ਤਾਂ ਅੱਖਰਾਂ ਨਾਲ ਜੁੜਿਆ ਹੀ ਨਹੀਂ ਹੋਇਆ, ਨਾ ਮਨ ਨੂੰ ਕੋਈ ਬੋਧ ਹੋ ਰਿਹਾ। ਮਨ ਆਪਣੀ ਕਪਟਤਾ ਵਾਲੀ ਹੀ ਭਾਵ ਨਹੀਂ ਛੱਡਦਾ ਆਦਤ, ਉਹਨਾਂ ਦਾ ਹਿਰਦਾ ਸ਼ੁੱਧ ਨਹੀਂ ਹੁੰਦਾ। ਸੋ ਇਹ ਗੱਲ ਆਪਾਂ ਸਾਰੀ ਬੁਝਾਰਤ ਜੇ ਬੁੱਝਣੀ ਹੈ ਕਿ ਜਿਹੜੇ ਹਰੀ ਹਰੀ ਕਰਦੇ ਆ, ਰਾਮ ਰਾਮ ਕਰਦੇ ਆ, ਵਾਹਿਗੁਰੂ ਵਾਹਿਗੁਰੂ ਕਰਦੇ ਆ, ਉਹ ਇਸ ਗੱਲ ਦਾ ਆਪਣੇ ਆਪ 'ਚ ਵਿਚਾਰ ਕਰ ਲੈਣ ਕਿ ਕੀ ਹੁੰਦਾ ਹਿਰਦਾ ਸ਼ੁੱਧ ਹੈ। ਜੇ ਹੁੰਦਾ ਹਿਰਦਾ ਸ਼ੁੱਧ ਹੈ ਫਿਰ ਠੀਕ ਹੈ। ਪਰ ਗੁਰਬਾਣੀ ਨੇ ਕਿਹਾ ਜਿਹੜੇ ਸਿਰਫ ਮੂੰਹ ਤੋਂ ਉਚਰਦੇ ਆ ਔਰ ਵਿਚਾਰਦੇ ਨਹੀਂ ਹੈ, ਕਿਉਂਕਿ ਬ੍ਰਹਮ ਵਿਚਾਰ ਜ਼ਰੂਰੀ ਹੈ। ਬ੍ਰਹਮ ਦੇ ਹਿੱਸੇ ਕੀ ਹੈ, ਹਿਰਦਾ ਕੀ ਹੈ, ਹਿਰਦੇ ਦੇ ਵਿੱਚ ਕੀ ਕੰਪੋਨੈਂਟ ਸੁਣਨੇ ਹੈ, ਕਿਹੜਾ ਕੰਪੋਨੈਂਟ ਜਿਹੜਾ ਹੈ ਉਹਨੇ ਠੀਕ ਹੋਣਾ। ਸੋ ਇਹ ਸਾਰੀਆਂ ਗੱਲਾਂ ਬ੍ਰਹਮ ਵਿਚਾਰ ਚੋਂ ਪੈਦਾ ਹੁੰਦੀਆਂ। ਉਹ ਜੋ ਵਿਧੀ ਹੈ ਉਹ ਅਪਣਾ ਕੇ ਹੀ ਗਾਹਾਂ ਤੁਰਿਆ ਜਾ ਸਕਦਾ ਹੈ।
अज्ञान परम बिनसे दुख डेरा जाके ਹਿਰਦੈ ਵਸੈ ਗੁਰ ਪੈਰਾ। ਹੁਣ ਦੇਖੋ ਹਿਰਦੇ ਦੇ ਵਿੱਚ ਗੁਰ ਪੈਰਾ ਕਹਿਣ ਦਾ ਭਾਵ ਗੁਰ ਦੇ ਗੁਣ ਜਾਣੇ ਚਾਹੀਦੇ। ਜੋ ਗੁਰ ਦੇ ਗੁਣ ਹੈ ਜੇ ਉਹ ਹਿਰਦੇ 'ਚ ਪ੍ਰਗਟ ਹੋ ਜਾਣ, ਉਹ ਜਿਹੜੇ ਹਿੱਸੇ ਵਿੱਚ ਅਗਿਆਨ ਔਰ ਭਰਮ ਹੈ ਉਹਨੂੰ ਮਨ ਕਹਿੰਦੇ ਆ। ਬਿਨਸੈ ਦੁੱਖ ਡੇਰਾ, ਉਹਨਾਂ ਦਾ ਵੀ ਆਪਣਾ ਡੇਰਾ ਉੱਥੇ ਲੱਗਿਆ ਹੋਇਆ, ਪਰ ਉਹ ਬਿਨਸ ਜਾਂਦਾ। ਇਹਨੂੰ ਤ੍ਰਿਕੁਟੀ ਕਹਿੰਦੇ ਆ, ਜਿਹੜਾ ਦੁੱਖ ਡੇਰਾ, ਜਿਹਦੇ ਕਰਕੇ ਦੁਬਾਰਾ ਦੁਬਾਰਾ ਜੁੜਨੀ ਪੈਂਦੀ ਹੈ। ਜੇ ਅਗਿਆਨ ਔਰ ਭਰਮ ਬਿਨਸ ਜਾਏ, ਉਹ ਜਿਹੜਾ ਦੁੱਖ ਦਾ ਡੇਰਾ ਹੈਗਾ, ਜਿਹਨੂੰ ਕਿਹਾ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਵੀ ਥੋੜੇ ਜਿਹੇ ਥਾਂ 'ਚ ਵਿਸ਼ ਦਾ ਬਾਗ ਹੈ, ਉਹ ਦੁੱਖ ਡੇਰਾ। ਜਾ ਕੇ ਹਿਰਦੇ ਬਸੈ ਗੁਰ ਪੈਰਾ, ਗਿਆਨ ਜੋ ਹੈ ਉਹ ਗਿਆਨ ਨੂੰ ਕੱਢ ਦਿੰਦਾ। ਇਹ ਆਪਾਂ ਨੂੰ ਬੜੀ ਸਾਫ਼ ਭਾਸ਼ਾ ਸਮਝਾਇਆ ਹੋਇਆ। ਹਰੀ ਕਾ ਨਾਮ ਹਿਰਦੈ ਮਨ ਵਸਿਆ, ਮਨਸਾ ਮਨੇ ਸਮਾਈ। ਹੁਣ ਇਹ ਨਾਮ ਚਾਹੀਦਾ। ਹਰੀ ਕਾ ਨਾਮ ਵੇਦ 'ਚ ਲਿਖਿਆ ਹੁੰਦਾ, ਵੇਦ 'ਚੋਂ ਹਰੀ ਕਾ ਨਾਮ ਲੈਣਾ, ਕਿਸੇ ਹੋਰ ਜਗ੍ਹਾ ਤੋਂ ਲਵਾਂਗੇ ਤਾਂ ਫਿਰ ਬਿਨ ਨਾਮ ਹੈ ਰਸ ਖਾਏ ਹੋ ਜਾਏਗਾ। ਹਿਰਦੈ ਮਨ ਵਸਿਆ, ਉਹਦੇ ਨਾਲ ਮਨ ਜਿਹੜਾ ਹੈਗਾ ਹਿਰਦੇ ਦੇ ਵਿੱਚ ਟਿਕ ਜਾਂਦਾ, ਤੇ ਫਿਰ ਮਨਸਾ ਮਨੇ ਸਮਾਈ, ਇਹਨੂੰ ਮੈਂ ਮਨ ਵਸਿਆ ਕਹਿੰਦੇ ਆ। ਮਨ ਵਿੱਚ ਸ਼ਾਂਤੀ ਤਾਂ ਹੁੰਦੀ ਹੈ, ਮਨ ਨੂੰ ਤਾਂ ਵਸਿਆ ਮੰਨਿਆ ਜਾਂਦਾ ਜੇ ਮਨ ਦੀ ਮਨਸਾ ਵਿੱਚੇ ਸਮਾ ਜਾਵੇ ਮਨ ਦੇ। ਕਿਉਂਕਿ ਅਗਿਆਨਤਾ ਜਿਹੜੀ ਹੈ ਉਹਦੇ ਪਰ ਗਿਆਨ ਭਾਰੀ ਹੋ ਜਾਂਦਾ, ਗਿਆਨ ਕਾ ਬੱਧਾ ਮਨ ਰਹਿੰਦਾ। ਇਹੀ ਗੱਲ ਹੈ। ਸੋ ਸੁਖੀਆ ਸਭ ਤੇ ਉੱਤਮ ਸੋਏ, ਜਾ ਕੇ ਹਿਰਦੈ ਵਸਿਆ ਪ੍ਰਭ ਸੋਏ। ਹੁਣ ਹਰੀਕੇ ਨਾਮ ਨੇ ਕੀ ਕਰਨਾ, ਹਿਰਦੇ ਵਿੱਚੋਂ ਜਿਹੜੀ ਅਗਿਆਨਤਾ ਹੈ ਉਹ ਕੱਢੀ ਜਾਣੀ ਹੈ ਔਰ ਗੁਣ ਧਾਰੀ ਜਾਣੇ ਆ। ਇਹਦੇ ਨਾਲ ਇਹ ਪ੍ਰਭ ਦੇ ਨਾਲ ਵਸ ਜਾਂਦਾ। ਸੋਈ ਫਿਰ ਉਹ ਨਿਸ਼ਚਲ ਹੋ ਜਾਂਦਾ, ਕਹਿਣ ਦਾ ਭਾਵ ਉਹਨੂੰ ਦੁਬਾਰਾ ਜਨਮ ਨਹੀਂ ਮਿਲਦਾ, ਆਵੇ ਨਾ ਜਾਏ। ਹੁਣ ਉਹਦਾ ਆਉਣ ਜਾਣ ਬਣਿਆ ਹੋਇਆ, ਜਦੋਂ ਤੱਕ ਤ੍ਰਿਕੁਟੀ 'ਚ ਸੁਰਤ ਹੈ ਜਦ ਤੱਕ ਆਉਣ ਜਾਣ ਹੈ। ਜਦ ਹਿਰਦੇ 'ਚ ਟਿਕ ਗਈ, ਵਸ ਗਿਆ ਪ੍ਰਭ ਨਾਲ, ਤਾਂ ਆਵੇਂ ਜਾਏ ਮੁੱਕਦਾ। ਆਂਦਿਨ ਪ੍ਰਭ ਕੇ ਹਰ ਗੁਣ ਗਾਏ। ਇਹ ਹਰਕੇ ਗੁਣ ਗਾਉਣ ਨਾਲ ਜੋ ਵੇਦਮਤ 'ਚ ਹਰਕੇ ਗੁਣ ਦੱਸੇ ਨੇ, ਉਹ ਤਰੀਕਾ ਦੱਸਿਆ ਹੋਇਆ, ਉਹਦੇ ਨਾਲ ਅਸੀਂ ਇਹ ਅਗਲੀ ਅਵਸਥਾ ਪ੍ਰਾਪਤ ਕਰਦੇ ਹਾਂ। ਤੇ ਹੁਣ ਆਪਾਂ ਮੁਖ ਦੀ ਗੱਲ ਫੇਰ ਕਰਦੇ ਹਾਂ ਕਿ ਕਿਆ ਮੁਖ ਦਾ ਅਰਥ ਮਾਊਥ ਹੈ। ਇਹ ਨਹੀਂ ਲੱਗਦਾ, ਕਿਉਂਕਿ ਗੁਰਬਾਣੀ 'ਚ ਕਾਫੀ ਇਹੋ ਜਿਹੇ ਇਸ਼ਾਰੇ ਨੇ ਜਿਹੜੇ ਦੱਸਦੇ ਨੇ ਕਿ ਹਿਰਦੇ ਵਿੱਚ ਅਗਿਆਨਤਾ ਜਿਹੜੀ ਹੈ ਉਹ ਇਹਦੀ ਦੁਰਗੰਧ ਹੈ। ਪਿਰਥਾ ਨਾਮ ਬਿਨਾ ਤਨ ਅੰਧ, ਜਦੋਂ ਨਾਮ ਨਹੀਂ ਹੈ, ਗਿਆਨ ਨਹੀਂ ਹੈ, ਹਿਰਦੇ ਦੇ ਵਿੱਚ ਹਨੇਰਾ ਹੈ, ਅੰਨਾ ਹੋਇਆ ਹੋਇਆ ਉੱਥੇ ਕੋਈ ਸ਼ੀਸ਼ਾ, ਜਿੱਥੇ ਮਨ ਫਿਰ ਰਿਹਾ ਉੱਥੇ ਚਾਨਣਾ ਨਹੀਂ ਹੈ। ਮੁਖ ਆਵਤ ਤਾਕੇ ਦੁਰਗੰਧ, ਉਹਨਾਂ ਦੇ ਹਿਰਦੇ ਦੇ ਵਿੱਚੋਂ ਜਿਹੜੀ ਵੀ ਗੱਲ ਆਏਗੀ ਬਿਨ ਨਾਮ ਹੈ ਰਸ ਖਾਏ, ਉਹ ਦੁਰਗੰਧ ਵਾਲੀ ਹੋਏਗੀ, ਉਹ ਮਾਇਆ ਨਾਲ ਜੋੜਨ ਵਾਲੀ ਹੋਏਗੀ, ਮਾਇਆ ਤੋਂ ਦੁਰਗੰਧ ਤੋਂ ਤੋੜਨ ਵਾਲੀ ਨਹੀਂ ਹੋਏਗੀ। ਮਨ ਕਹਿ ਅਹੰਕਾਰ ਅਫਾਰਾ, ਮਨ ਤੂੰ ਕਿਉਂ ਅਹੰਕਾਰ ਉਹਦੇ 'ਚ ਕਹਿੰਦੇ ਆਫਰਿਆ ਫਿਰਦਾ ਹੈ, ਇਹੀ ਤੇਰੀ ਦੁਰਗੰਧ ਹੈ। ਦੁਰਗੰਧ ਅਪਵਿੱਤਰ ਅਪਾਵਨ ਭੀਤਰ, ਇਹ ਅੰਦਰ ਹੈ ਸਾਡੇ ਹਿਰਦੇ ਦੇ, ਮੁਖ ਦੇ ਵਿੱਚ ਨਹੀਂ ਹੈਗੀ। ਮੁਖ ਦੇ ਵਿੱਚ ਤਾਂ ਆਪਾਂ ਕੋਈ ਵੀ ਚੀਜ਼, ਜਿਵੇਂ ਪਹਿਲਾਂ ਰਿਵਾਜ ਹੁੰਦਾ ਸੀ ਛੋਟੀ ਇਲਾਇਚੀ ਖਾ ਲਓ, ਮੁਖ ਦੀ ਦੁਰਗੰਧ ਤਾਂ ਮੁੱਕ ਜਾਂਦੀ ਹੈ ਉਸ ਸਮੇਂ। ਜੋ ਦਿਸੇ ਸੋ ਛਾਰਾ, ਬਾਹਰ ਜੋ ਦਿਖ ਰਿਹਾ ਉਹਦੀ ਗੱਲ ਨਾ ਕਰ ਤੂੰ। ਤਾਂ ਅਸੀਂ ਛਾਰੇ ਦੀ ਗੰਧ ਔਰ ਦੁਰਗੰਧ ਦੇ ਪਿੱਛੇ ਪੈ ਗਏ। ਛਾਰੇ ਨੂੰ ਹੈ, ਆ ਜਿਹੜਾ ਬਾਹਰਲਾ ਸਰੀਰ ਹੈ ਛਾਰਾ ਹੈ, ਕਹਿਣ ਦਾ ਮਤਲਬ ਵਿਸਵਾ ਹੈ, ਇਹਦੇ ਪਿੱਛੇ ਪਏ ਹੋਏ ਆ। ਇਹਦੀ ਦੁਰਗੰਧ ਔਰ ਸੁਗੰਧ ਦਾ ਨਹੀਂ ਹੈ ਮਸਲਾ, ਅੰਦਰਲਾ ਜਿਹੜਾ ਹੈਗਾ ਭੀਤਰ ਹੈ ਜਿਹੜਾ ਤੇਰੇ, ਉਹਦੇ ਗਿਆਨ ਔਰ ਗਿਆਨਤਾ ਦਾ ਮਸਲਾ। ਹੁਣ ਇਹ ਦੇਖੋ, ਮਾਖੀ ਰਾਮ ਕੀ ਤੂੰ ਮਾਖੀ। ਹੁਣ ਇਹ ਮਾਖੀ ਕੀ ਹੈ? ਇਹ ਰਾਮ ਚੋਂ ਜੋ ਪੈਦਾ ਹੋਈ ਹੈ ਮਾਖੀ, ਇਹ ਬੁੱਧ ਹੈ। ਐਸੀ ਇਸਤਰੀ ਲਿਖਿਆ ਹੋਇਆ ਇਹਨੂੰ ਸਮਝਾਉਣ ਲਈ। ਜਹ ਦੁਰਗੰਧ ਤਹਾਂ ਤੂੰ ਬੈਸੇ। ਹੁਣ ਜਦੋਂ ਗਿਆਨ ਨਹੀਂ ਹੈ, ਜੀਵ ਕੀ ਕਰੇ? ਉਹ ਮਾਇਆ ਨੂੰ ਦੇਖ ਕੇ ਮਾਇਆ ਦੇ ਵੱਲ, ਛਾਇਆ ਵੱਲ ਭੱਜਦਾ, ਛਾਰੇ ਦੇ ਪਿੱਛੇ ਸਾਰੀ ਉਮਰ ਕੱਢ ਦਿੰਦਾ। ਉਹੀ ਦੁਰਗੰਧ ਹੈ। ਮਹਾਂ ਵਿਖਿਆ ਮਦ ਚਾਖੀ, ਇਹ ਜਿਹੜਾ ਬ੍ਰਹਮ ਨੂੰ ਛੱਡ ਕੇ ਕੋਈ ਹੋਰ ਰਸ ਲੈਣਾ ਹੈਗਾ ਮਾਇਆ ਚੋਂ, ਇਹੀ ਮਹਾਂ ਵਿਖਿਆ, ਇਹ ਮਦ ਹੈ, ਇਹੀ ਸ਼ਰਾਬ ਹੈ, ਇਹ ਚਖੀ ਹੈ ਸਾਰੀ ਉਮਰ। ਆਪਾਂ ਵੀ ਵਿੱਚ ਹੀ ਹੈ। ਇਹ ਮਾਖੀ ਨੂੰ ਆਪਾਂ ਇੱਥੋਂ ਚੱਕ ਕੇ, ਕਿ ਕੋਈ ਦੂਸਰੀ ਮਾਖੀ ਦੀ ਗੱਲ ਵੀ ਆਉਂਦੀ ਹੈ, ਇਹ ਹੈਗੀ ਹੈ ਆਮ ਜਿਹੜੀ ਮੱਖੀ ਦੁਰਗੰਧ ਤੇ ਬਹਿੰਦੀ ਹੈ, ਪਰ ਇੱਕ ਮੱਖੀ ਉਹ ਹੈ ਜਿਹੜੀ ਭੰਵਰੇ ਵਾਂਗੂ ਫੁੱਲ ਤੇ ਬਹਿੰਦੀ ਹੈ। ਉਹਦੇ ਬਾਰੇ ਰਵਿਦਾਸ ਜੀ ਨੇ ਕਿਹਾ, ਸਾਧ ਸੰਗਤ ਕਿਉਂ ਰਹੀ ਹੈ ਮਾਧੋ ਜੈਸੇ ਮਧੁ ਮੱਖੀ ਦਾ। ਉਹ ਵੀ ਮੱਖੀ ਹੈ, ਪਰ ਉਹ ਮਧੂ ਦੀ ਮੱਖੀ ਹੈ, ਉਹ ਸ਼ਹਿਦ ਇਕੱਠਾ ਕਰਦੀ ਹੈ, ਸਾਨੂੰ ਮਿਠਾਸ
ਪ੍ਰਾਪਤ ਹੁੰਦੀ ਹੈ ਉਹਦੇ ਚ। ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਉ। ਹੁਣ ਕਲੀਅਰ ਕਰਤੀ ਇਹ ਗੱਲ ਵੀ ਜਿਹੜਾ ਸਾਡੇ ਮਨ ਚ ਲਾਲਚ ਹੈ, ਝੂਠ ਬੋਲਣ ਦੀ ਸਾਡੀ ਇੱਛਾ ਹੈ, ਜਿਹੜੇ ਵਿਕਾਰ ਹੈ, ਜਿਹੜਾ ਸਾਡਾ ਮੋਹ ਹੈ, ਇਹ ਕਿਉਂਕਿ ਅਸੀਂ ਗਿਆਨ ਨਹੀਂ ਲਿਆ, ਇਹ ਅਗਿਆਨਤਾ ਕਰਕੇ ਹੈ। ਅਣਜਾਣਤ ਵਿਖਿਆ ਮੇ ਰਚੇ, ਵਿਖਿਆ ਚ ਤਾਂ ਰਚਦਾ ਕਿਉਂਕਿ ਇਹਨੂੰ ਜਾਣਕਾਰੀ ਘੱਟ ਹੈ। ਜੇ ਜਾਣਤ ਆਪਨ ਆਪ ਬਚੇ, ਹੁਣ ਭਗਤਾਂ ਨੇ ਜਾਣਕਾਰੀ ਦਿੱਤੀ ਹੈ, ਉਹ ਅਸੀਂ ਜੇ ਮੰਨਦੇ ਹਾਂ, ਮੰਨਣੇ ਕੀ ਗਤੀ ਕਰਨੀ ਚਾਹੇ, ਉਹ ਦੁਰਗੰਧ ਸਾਡੀ ਦੂਰ ਹੋ ਜਾਏਗੀ। ਕਹਿਣ ਦਾ ਭਾਵ ਇਹ ਸੀ ਸਾਰਾ ਕਿ ਅਸੀਂ ਦੁਰਗੰਧ ਨੂੰ ਜੇ ਸਮਝਦੇ ਹਾਂ ਵੀ ਉਹ ਸਾਡੇ ਮੂੰਹ ਚੋਂ ਆਉਂਦੀ ਹੈ, ਫੇਸ਼ੀਅਲ ਇਹਦੇ ਚੋਂ ਆਉਂਦੀ ਹੈ, ਉਹ ਦੂਰ ਕੀਤਾ ਜਾ ਸਕਦਾ। ਮਾਊਥ ਵਾਸ਼ ਵਰਤਦੇ ਆ ਲੋਕ, ਬਥੇਰੀਆਂ ਚੀਜ਼ਾਂ ਨਾਲ ਹਟ ਜਾਂਦੀ ਹੈ। ਪਰ ਜਿਹੜੀ ਮਨ ਦੀ ਦੁਰਗੰਧ ਹੈ, ਉਹ ਮਨ ਦਾ ਜਿਹੜਾ ਲਾਲਚ ਹੈ, ਉਹ ਗਿਆਨ ਨਾਲ ਹੀ ਹਟਣਾ। ਹੁਣ ਜੇ ਦੁਰਗੰਧ ਹੈ ਤਾਂ ਭਗਤਾਂ ਨੇ ਸੁਗੰਧ ਦੀ ਗੱਲ ਵੀ ਕੀਤੀ ਹੈ। ਤੁਮ ਚੰਦਨ ਹਮ ਇਰੰਡ ਬਾਪਰੇ ਸੰਗੀ ਤੁਮਾਰੇ ਵਾਸ। ਮਨ ਔਰ ਚਿੱਤ ਹੈ ਤਾਂ ਉੱਥੇ ਹਿਰਦੇ 'ਚ ਬੈਠੇ ਨੇ, ਸੰਗ ਤੁਮਾਰੇ ਵਾਸਾ ਹੁਣ ਹੋਇਆ। ਨੀਚ ਰੂਖ ਤੇ ਊਚ ਪਏ ਹੈ। ਹੁਣ ਨੀਚ ਰੂਖ ਦੀ ਕੀ ਗੱਲ ਸੀ? ਦੁਰਗੰਧ ਵਾਲਾ ਜਿਹੜਾ ਸੀ ਉਹਦੇ ਅੰਦਰ ਹੁਣ ਸੁਗੰਧ ਪੈਦਾ ਹੋ ਗਈ ਹੈ। ਇਹ ਵੀ ਇੱਕ ਤਰੀਕਾ ਸਮਝਾਉਣ ਦਾ ਹੈਗਾ ਵੀ ਅਸੀਂ ਨੀਚ ਰੂਖ ਸੀ, ਹੁਣ ਊਚ ਪਏ ਆ, ਹੁਣ ਸਾਡੇ 'ਚ ਕੀ ਹੋ ਗਿਆ? ਗੰਧ ਸੁਗੰਧ ਨਿਵਾਸਾ। ਜਿਹੜੀ ਸਾਡੀ ਦੁਰਗੰਧ ਸੀ ਉਹ ਮਿਟ ਗਈ ਹੈ, ਹੁਣ ਸੁਗੰਧ 'ਚ ਸਾਡਾ ਨਿਵਾਸ ਹੋ ਗਿਆ। ਸੋ ਸੁਗੰਧ ਸਾਡੀ ਮੂਲ ਕੋਲ ਹੈ। ਜੇ ਅਸੀਂ ਮਨ ਦੇ ਪੱਧਰ ਤੇ ਹੀ ਜੀਨੇ ਆ, ਮਨ ਇੱਕ ਭਾਗ ਹੈ, ਮੂਲ ਦੂਆ ਭਾਗ ਹੈ, ਵੱਡਾ ਭਾਗ ਮਨ ਹੈ, ਪਰ ਛੋਟਾ ਭਾਗ ਜਦੋਂ ਡੋਮੀਨੇਟ ਕਰੀ ਜਾਂਦਾ ਹੈ ਤਾਂ ਉਸ ਸਮੇਂ ਦੁਰਗੰਧ ਦੀ ਉਹ ਗੱਲ ਹੁੰਦੀ। ਜੇ ਅਸੀਂ ਚਿੱਤ ਨਾਲ ਜੁੜ ਕੇ ਬੋਲਦੇ ਹਾਂ ਤਾਂ ਸੁਗੰਧੀ ਵਾਲੀ ਗੱਲ ਕਰਾਂਗੇ। ਹੁਣ ਤੁਮ ਤੁਮਾਰੇ ਕੌਣ ਹੈ? ਤੁਮਾਰੇ ਲਿਖਤਾ ਹੈ, ਜੇ ਆਪਾਂ ਵੇਦ ਮਤ ਚੋਂ ਇਹਦਾ ਅਰਥ ਲਵਾਂਗੇ ਤਾਂ ਇੱਕ ਨੂੰ ਸਿਤੰਬਰ ਲਿਖਿਆ ਹੋਇਆ ਤੁਮਾਰੇ ਲਈ, ਇੱਕ ਨੂੰ ਰਾਮ ਲਿਖਿਆ, ਇੱਕ ਨੂੰ ਵਾਸਦੇਵ ਲਿਖਿਆ, ਇੱਕ ਨੂੰ ਅੱਲਾ ਲਿਖਿਆ। ਇਹ ਚਾਰੇ ਵੇਦਾਂ ਦੀਆਂ ਚਾਰ ਡਾਇਟੀਜ਼ ਹੈ। ਕੋਈ ਕਿਸੇ ਦੇ ਨਾਲ ਬਸ ਜਾਵੇ, ਮੂਲ ਰੂਪ ਚ ਉਹੀ ਹਸਤੀ ਹੈ। ਜੇ ਉਹਦੇ ਨੌ ਅਲੱਗ ਅਲੱਗ ਗੁਣਵਾਚਕ, ਉਹਦੇ ਨਾਲ ਉਹ ਹਸਤੀ ਨਹੀਂ ਬਦਲਦੀ। ਹਰੀ ਹਰੀ ਨਾਮ ਸੀਤਲ ਜਲ ਧਿਆਵੋਂ, ਹਰੀ ਚੰਦਨ ਵਾਸ ਸੁਗੰਧ ਗੰਧਾਇਆ। ਹੁਣ ਹਰੀ ਦੇ ਨਾਲ ਜੁੜਨ ਲਈ ਹਰੀ ਨਾਮ ਚਾਹੀਦਾ, ਇਹ ਨਾਮ ਹੈ ਚਾਹੀਦਾ, ਉਹਦੇ ਨਾਲ ਫਿਰ ਸੀਤਲਤਾ ਆਉਂਦੀ ਹੈ। ਜਦ ਸੀਤਲ ਹੋ ਗਿਆ ਫਿਰ ਧਿਆਉਣ ਦੀ ਅਗਲੀ ਅਵਸਥਾ ਆਉਂਦੀ ਹੈ, ਕਿਉਂਕਿ ਹਰੀ ਨਾਮ ਨੇ ਹਰੀ ਦੇ ਨਾਲ ਜੁੜਨ ਦਾ ਤਰੀਕਾ ਦੱਸਿਆ, ਗੁਣ ਧਾਰਨ ਦੀ ਗੱਲ ਕੀਤੀ, ਮਨ ਸੀਤਲ ਹੋ ਗਿਆ, ਇਹਦੀ ਅਗਨ ਬੁਝ ਗਈ, ਤ੍ਰਿਪਤ ਹੋ ਗਿਆ। ਇਹੀ ਅੰਮ੍ਰਿਤ ਪੀਣਾ ਸੀ ਨੇ, ਹਰੀ ਚੰਦਨ ਵਾਸ ਸੁਗੰਧ। ਉਹ ਤੋਂ ਬਾਅਦ ਹਰੀ ਦੀ ਜਿਹੜੀ ਚੰਦਨ ਵਾਲੀ ਸੁਗੰਧੀ ਆ ਉਹ ਇਹਦੇ ਚ ਆ ਜਾਂਦੀ ਹੈ। ਇਹੀ ਤਰੀਕਾ ਹੈਗਾ, ਇਹਨੂੰ ਕਹਿੰਦੇ ਭੰਡੋ ਹੋਵੇ ਦੋਸਤੀ। ਉਹ ਉੱਥੇ ਹਿਰਦੇ ਦੇ ਵਿੱਚ ਹੋ ਰਿਹਾ ਹੈ, ਗੰਧ ਛੱਡ ਕੇ ਦੋਸਤੀ ਸੁਗੰਧ ਵਾਲੀ ਆ ਰਹੀ ਹੈ। ਜੈਸੇ ਕੁਰੰਕ ਨਹੀਂ ਪਾਇਓ ਭੇਦ। ਹੁਣ ਇਹ ਐਗਜ਼ਾਮਪਲ ਦਿੱਤਾ ਕਿ ਇਹ ਮੰਨਿਆ ਗਿਆ ਕਿ ਜਿਹੜਾ ਹਿਰਨ ਹੈ ਉਹਦੇ ਅੰਦਰ ਹੁੰਦੀ ਹੈ ਕਥੂਰੀ, ਪਰ ਉਹਨੂੰ ਨਹੀਂ ਪਤਾ ਲੱਗਦਾ, ਉਹ ਬਾਹਰੇ, ਉਹਨੂੰ ਜਦੋਂ ਸਮੈਲ ਆਉਂਦੀ ਹੈ ਉਹ ਬਾਹਰ ਨੂੰ ਭੱਜਦਾ। ਇਹ ਗੱਲ ਸਾਡੀ ਵੀ ਹੈ। ਇਸ ਘਰ ਮੇਂ ਜੋ ਹੈ ਤੂੰ ਢੂੰਡ ਖਾਏ, ਉਹ ਅੰਦਰ ਨਹੀਂ ਜਾਂਦਾ। ਸੁਗੰਧ ਤਾਂ ਸਾਡੇ ਅੰਦਰ ਸੀ, ਬਾਹਰ ਤਾਂ ਦੁਰਗੰਧ ਸੀ। ਔਰ ਕਿਸੇ ਕੇ ਮਤ ਤੂੰ ਜਾਏ, ਜਦੋਂ ਤੁਸੀਂ ਤ੍ਰਿਕੁਟੀ ਚੋਂ ਕਿਤੇ ਹੋਰ ਗੱਲ ਕਰਦੇ ਹੋ ਤਾਂ ਦੁਰਗੰਧ ਪੈਦਾ ਹੋ ਰਹੀ, ਉਹ ਛੱਡਣੀ ਸੀ। ਕਬੀਰ ਪਾਰਸ ਚੰਦਨੇ ਤਿੰਨ ਹੈ ਏਕ ਸੁਗੰਧ। ਹੁਣ ਜੋ ਉਹਨਾਂ ਨੇ ਹੋਰ ਵੀ ਡਿਸਕ੍ਰਾਈਬ ਕੀਤਾ ਕਿ ਪਾਰਸ ਚ ਆਪਾਂ ਸੁਣਿਆ ਕਦੇ ਸੁਗੰਧ ਹੁੰਦੀ ਹੈ, ਪਰ ਭਗਤਾਂ ਨੇ ਮੰਨਿਆ ਵੀ ਜਿਵੇਂ ਚੰਦਨ ਚ ਉਵੇਂ ਪਾਰਸ ਚ ਵੀ ਹੈ। ਹੁਣ ਇਹ ਸਾਡਾ ਮੂਲ ਹੀ ਹੈ। ਤਿੰਨ ਹੈ ਏਕ, ਵੀ ਉਹਦਾ ਅੱਗੇ ਹੁਕਮ ਨਾਲ ਜੁੜਿਆ ਹੋਇਆ, ਉਹ ਸੱਚੇ ਦਰਬਾਰ ਨਾਲ ਜੁੜਿਆ ਹੋਇਆ ਸਾਡਾ ਮੂਲ ਜਿਹੜਾ ਹੈ। ਤਾਂ ਜੇ ਅਸੀਂ ਕੀ ਕੀਤਾ ਹੋਇਆ, ਵੀ ਜੇ ਸਾਡਾ ਮਨ ਉਹਦੇ ਨਾਲ ਜੁੜ ਗਿਆ ਤਾਂ ਸਾਰੀ ਜਿਹੜੀ ਸਾਡੀ ਪੂਰੀ ਯੂਨਿਟ ਹੈ ਉਹਦੇ ਨਾਲ ਜੁੜ ਜਾਂਦੀ। ਪਰ ਮਨ ਨਾ ਜੁੜਨ ਕਰਕੇ ਸਾਰੀ ਵਿਘਨ ਪਈ ਹੋਈ ਹੈ। ਬੜੀ ਵਿਸਤਾਰ ਚ ਦੱਸਿਆ ਇਸ ਆਪਾਂ ਪੰਕਤੀ ਜਿਹੜੀ ਪੂਰੀ ਇਹ ਇੱਕ ਪਦਾ ਅਸ਼ਟਪਦੀ ਦਾ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਜਿਹੜੀ ਵਖਰ ਲੈਣ ਆਏ ਆ ਉਹ ਸੰਤਨ ਹੈ। ਸੰਤਨ ਹੈਗੇ ਆ ਸਾਰੇ ਸੱਚੇ ਦਰਬਾਰ ਵਾਲੇ, ਪਲੂਰਲ ਕਲੈਕਟਿਵ ਨਾਉਨ ਹੈ। ਉਹਨਾਂ ਤੋਂ ਲੈਣਾ ਆਪਾਂ, ਉਹ ਹੈ ਹਿਰਦੇ ਚ ਹੀ ਹੈ, ਉਹ ਕਿਸੇ ਦੇ ਹਿਰਦੇ ਚ ਪ੍ਰਗਟ ਕਰ ਦਿੰਦੇ ਆ। ਜੇ ਅਸੀਂ ਲੁੱਤ ਲੈ ਲਈਏ ਫਿਰ ਕੀ ਹੁੰਦਾ? ਤਜਬ ਮਾਨ ਲਿਓ ਮਨ ਮੂਲ। ਫਿਰ ਮਨ ਦੇ ਥਰੂ ਮਿਲਦਾ ਰਾਮ, ਮਨ ਦੇ ਰਾਮ ਲਿਆ ਹੈ ਮੋਲ। ਇਹ ਗੱਲ ਗੁਰਮਤ ਨੇ ਮੰਨੀ ਹੈ। ਬਾਕੀ ਮਤਾਂ ਚ ਤਾਂ ਮਨ ਦਾ ਕੋਈ ਐਡਾ ਵੱਡਾ ਵਿਸਤਾਰ ਹੀ ਨਹੀਂ ਹੈ।
राम नाम हृदय में तोल, फिर किन्ना क राम नाम लिया वो हृदय विच तुल जाएगा मन। जे मन को राम नाम पूरा आ गया तो बराबर हो जाएगा, वो भाग दोहे बराबर हो गए। हुण लाल खेप संतै संग चाल, अबर त्याग बिख्या जंजाल। फिर तू तुर इस पासे नूं कि खेप तेरे कोल हुण हैगी है, तेरे कोल तेरा इन्वेस्टमेंट हैगी है। हुण संतां कोल भी इन्वेस्टमेंट सीगी, विख्या दा जंजाल छड्डिया, धन धन कहे सब कोए। हुण गल आ गई मुख उजल हर दरगह सोए। ये भी गल ਉਹੀ है भी ਜਿਹੜੀ ਆਪਾਂ ਪੰਕਤੀ ਦੇ ਦੂਸਰੇ ਸ਼ਲੋਕ ਦੇ ਅਰਥ ਕਰਨੇ ਆ। ਭਾਗਾਂ ਰੱਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਇਹ ਇੱਥੇ ਹਰੀ ਦਰਗਾਹ ਕਹਿਤਾ। ਇਹ ਵਪਾਰ ਵਿਰਲਾ ਵਪਾਰ ਹੈ, ਇਹ ਵੀ ਦੱਸਿਆ ਹੋਇਆ ਕਿ ਇਹਦਾ ਵਪਾਰ ਹਰੇਕ ਕੋਲ ਨਹੀਂ ਹੈ, ਵਿਰਲਾ ਤਾਂ ਕਰੋੜਾਂ ਚ ਇੱਕ ਹੁੰਦਾ। ਜੇ ਉਸ ਸਮੇਂ ਗੁਰੂ ਨਾਨਕ ਜੀ ਜਾਂ ਪੰਚਮ ਪਾਤਸ਼ਾਹ ਬਾਣੀ ਉਸ ਸਮੇਂ ਕਿੰਨੇ ਇਸ ਮਤ ਨੂੰ ਜਾਣਨ ਵਾਲੇ ਸੀਗੇ, ਪਰ ਹਰੇਕ ਸ਼ਹਿਰ ਚ ਇੱਕ ਪੰਡਤ ਸੀ, ਹਰੇਕ ਮਹੱਲੇ ਚ ਇੱਕ ਪੰਡਤ ਸੀ। ਉਹ ਤਾਂ ਫਿਰ ਵਿਰਲਿਆਂ ਚ ਨਹੀਂ ਆਉਂਦੇ ਨਾ। ਨਾਨਕ ਤਾਕੇ ਸਦ ਬਲਿਹਾਰੀ, ਉਹਨਾਂ ਦੇ ਬਲਿਹਾਰ ਜਾਂਦੇ ਆ ਭਗਤ। ਚਰਨ ਕਮਲ ਹਿਰਦੈ ਮੈਂ ਜਾਪ, ਜਿਹੜਾ ਹਿਰਦਾ ਹੈ ਸਾਰੀ ਖੇੜੇ ਹਿਰਦੇ ਦੇ ਵਿੱਚ ਦੀ ਹੈ, ਇੱਥੇ ਹੀ ਭੰਡ ਹੈਗਾ। ਤਾਪ ਪਾਪ ਤੇ ਰਾਖੇ ਆਪ, ਸ਼ੀਤਲ ਪਏ ਗੁਰਚਰਨੀ ਲਾਗੇ। ਰਾਮ ਨਾਮ ਹਿਰਦੈ ਮੈਂ ਜਾਪ, ਇਹ ਰਾਮ ਨਾਮ ਦੇ ਥਰੂ ਹੀ ਸਾਰੀ ਖੇਡ ਚੱਲਣੀ ਹੈ, ਹਿਰਦੇ ਦੇ ਥਰੂ ਭੰਡ ਦੇ ਥਰੂ ਇਹ ਚੱਲਣੀ ਹੈ। ਬਾਰ 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 ਆਪਾਂ ਨੂੰ ਇਹੀ ਉਪਦੇਸ਼ ਆਈ ਜਾ ਰਿਹਾ। ਆਪਾਂ ਹੁਣ ਜਿੰਨਾ ਕੁ ਪੜ੍ਹਿਆ ਉਹਨੂੰ ਆਪਾਂ ਇੱਕ ਫਿਗਰ ਫਾਰਮ ਚ ਦੇਖੀਏ। ਦੇਖਿਆ ਤਿਹੁ ਲੋਕਾ ਪੀਓ, ਅਚਰਜ ਪਿਆ ਜੀਵ ਤੇ ਸੀਓ। ਹੁਣ ਜਿਹੜਾ ਸੀਓ ਹੈਗਾ ਇਹ ਇੱਕ ਜੀਓ ਤੋਂ ਸੀਓ ਬਣਦਾ। ਜੀਓ ਦੀ ਅਵਸਥਾ ਤੱਕ ਇਹ ਕੁਸੁੱਧ ਹੈ, ਜੀਵ ਹੈ, ਦੁਰਗੰਧ ਹੈ ਇਹਦੇ ਵਿੱਚ। ਜਦੋਂ ਇਹ ਫਿਰ ਸੀਓ ਦੀ ਅਵਸਥਾ ਚ ਆਏਗਾ ਉਸ ਸਮੇਂ ਇਹਦੇ ਅੰਦਰ ਸੁਗੰਧ ਹੈ ਔਰ ਹਿਰਦਾ ਸ਼ੁੱਧ ਹੈ। ਇਹੀ ਆਪਣੀ ਦੋਹੇ ਸ਼ਲੋਕਾਂ ਦੀ ਜੋ ਆਪਾਂ ਸਮਰੀ ਕਰ ਰਹੇ ਹਾਂ। ਪਹਿਲੇ ਸ਼ਲੋਕ ਵਿੱਚ ਕੁਸੁੱਧ ਰਹਿ ਗਿਆ, ਜੀਵ ਹੈ, ਦੁਰਗੰਧ ਚ ਰਹਿ ਗਿਆ, ਉਹਦਾ ਦੁਬਾਰਾ ਜਨਮ ਹੋਊਗਾ, ਤਿਰਮੁਖ ਥੁੱਕਾਂ ਪਾਏ, ਮੁਕਤੀ ਨਹੀਂ ਮਿਲ ਰਹੀ। ਪਰ ਦੂਸਰੇ ਵਾਲੇ ਦੇ ਅੰਦਰ ਸੁਗੰਧੀ ਹੈ, ਉਹਦੇ ਅੰਦਰ ਆਪਾਂ ਨੂੰ ਨਾਨਕ ਫੇ ਮੁਖ ਉਜਲੇ ਤਿਤ ਸੱਚੇ ਦਰਬਾਰ। ਇਹ ਮੁਖ ਉਜਲੇ ਦੀ ਗੱਲ ਹੋ ਰਹੀ ਹੈ ਰਾਈਟ ਸਾਈਡ ਤੇ, ਇੱਧਰ ਆਪਣੇ ਕੋਲ ਦੁਰਗੰਧ ਹੈ। ਹੁਣ ਭਾਗ ਸ਼ਬਦ ਦੇ ਆਪਾਂ ਜਨਰਲੀ ਜਿਹੜੇ ਅਰਥ ਕਰਦੇ ਆ ਇਹ ਕਿਸਮਤ ਦੇ ਕਰ ਲੈਂਦੇ, ਜਦ ਕਿ ਮੈਂ ਹਿੰਦੀ ਡਿਕਸ਼ਨਰੀ ਲੱਭ ਰਿਹਾ ਸੀ, ਉਹਦੇ ਵਿੱਚ ਕਾਫੀ ਜ਼ਿਆਦਾ ਡਿਟੇਲ ਹੈ ਇਸ ਗੱਲ ਦੀ ਕਿ ਇਹ ਇੱਕ ਡਿਵੀਜ਼ਨ ਹੈ। ਪਹਿਲਾਂ ਤਾਂ ਆਪਾਂ ਕਹਿੰਦੇ ਵੀ ਡਿਵਾਈਡ ਕਰੋ, ਜਦੋਂ ਭਾਗ ਕਰੋ ਜਾਂ ਗੁਣਾ ਕਰੋ, ਜੋੜੋ ਜਾਂ ਘਟਾਓ, ਉੱਥੋਂ ਵੀ ਭਾਗ ਦਾ ਅਰਥ ਡਿਵੀਜ਼ਨ ਬਣਦਾ। ਤੇ ਕਿਸਮਤ ਅਸੀਂ ਪਤਾ ਨਹੀਂ ਕਦੋਂ ਤੋਂ ਕਿਸ ਰੂਪ ਚ ਉਹਨੂੰ ਬਣਾ ਲਿਆ। ਜਿੰਨਾ ਵੀ ਆਪਾਂ ਪੜ੍ਹਦੇ ਹਾਂ ਇੱਥੇ, ਆਈ ਕਾਲ ਦਾ ਚਿਲਡਰਨ ਫਰੋਮ ਸਮਥਿੰਗ ਇਜ਼ ਅ ਪਾਰਟ ਆਫ ਦੈਟ ਇਜ਼ ਫਾਰਦੈਸਟ ਫਰੋਮ ਇਟਸ ਟੌਪ। ਇਹ ਤਾਂ ਗੱਲ ਹੋਰ ਵੀ ਕਲੀਅਰ ਹੋ ਜਾਂਦੀ ਹੈ ਵੀ ਜਿਹੜਾ ਟੌਪ ਤੇ ਹੈਗਾ ਉਹਦਾ ਹਿੱਸਾ ਹੈ, ਉਹਦੀ ਗੱਲ ਕਰਨੀ ਚਾਹੁੰਦੇ ਆ ਸ਼ਾਇਦ, ਇਸ ਤਰ੍ਹਾਂ ਲੱਗਦਾ ਕਿ ਇੱਥੋਂ ਕਾਫੀ ਅਰਥ ਕਲੀਅਰ ਹੋ ਜਾਂਦੇ ਆ ਕਿ ਭਾਗ ਦੇ ਅਰਥ ਆਪਾਂ ਜੇ ਕਿਸਮਤ ਕਰਾਂਗੇ ਤਾਂ ਕੁਛ ਗੱਲ ਹੋਰ ਹੈ। ਜੇ ਭਾਗ ਦੇ ਅਰਥ ਆਪਾਂ ਫਾਰਦੈਸਟ ਫਰੋਮ ਦਾ ਟੌਪ ਜਾਂ ਡਿਵੀਜ਼ਨ ਕਰਾਂਗੇ ਤਾਂ ਉਹਦੇ ਨਾਲ ਗੁਰਮਤ ਦੇ ਅਰਥ ਜਿਹੜੇ ਆ ਉਹ ਹੋਰ ਸਾਫ਼ ਹੋ ਜਾਂਦੇ ਆ, ਸਪਸ਼ਟ ਹੋ ਜਾਂਦੇ ਆ। ਆਪਾਂ ਭਾਗ ਦਾ ਹਿੱਸਾ ਇਹੀ ਕਰਾਂਗੇ। ਮਨ ਰੇ ਸਮਝ ਕਵਣ ਮਤ ਲਾਗਾ, ਨਾਮ ਵਿਸਾਰ ਅਨਰ ਰਸ ਲੋਭਾਣੇ, ਫਿਰ ਪਛਤਾਏ ਅਭਾਗਾ। ਹੁਣ ਗੱਲ ਸਾਰੀ ਫਿਰ ਮਨ ਤੇ ਹੀ ਆ ਗਈ। ਗੁਰਮਤ ਦਾ ਜਿੰਨਾ ਉਪਦੇਸ਼ ਹੈ ਉਹ ਮਨ ਤੇ ਹੀ ਕੌਨਸਨਟ੍ਰੇਟਿਡ ਹੈ, ਕਿਉਂਕਿ ਮਨ ਇੱਕ ਭਾਗ ਹੈਗਾ ਜਿਹਨੂੰ ਬਾਰ-ਬਾਰ ਦੱਸਿਆ ਜਾਂਦਾ। ਮਨ ਰੇ ਸਮਝ, ਤੂੰ ਕਿਹੜੀ ਮੱਤ ਦੇ ਪਿੱਛੇ ਪੈ ਗਿਆ? ਦੁਰਮਤ ਦੇ ਪਿੱਛੇ ਲੱਗ ਗਿਆ। ਜਿਵੇਂ ਮਾਖੀ ਦੀ ਗੱਲ ਆਈ ਸੀ, ਉਹ ਵੀ ਇਹੀ ਹੈ ਵੀ ਜਦੋਂ ਮਨ ਉਹ ਇਹੀ ਜਿਹੀ ਦੁਰਮਤ ਦੇ ਪਿੱਛੇ ਲੱਗੇਗਾ ਤਾਂ ਉਹ ਫਿਰ ਜਿਹੜੀ ਗੰਧ ਤੇ ਜਾਂ ਦੁਰਗੰਧ ਦੇ ਮੱਖੀ ਬਹਿੰਦੀ ਹੈ, ਫਿਰ ਉਹਦਾ ਉਹੀ ਵਿਵਹਾਰ ਹੈ। ਨਾਮ ਵਿਸਾਰ, ਨਾਮ ਦੇ ਵਿੱਚ ਤਾਂ ਸੁਗੰਧੀ ਹੈ। ਅੰਨ ਰਸ ਲੁਭਾਣੇ, ਹੋਰ ਰਸਾਂ ਚ ਕਿਉਂ ਲੁਭਿਆ ਹੋਇਆ? ਫਿਰ ਪਛਤਾਏ ਅਭਾਗਾ, ਕਿ ਤੇਰੇ ਜਿਹੜੇ ਦੋ ਭਾਗ ਹੈ ਉਹ ਇਕੱਠੇ ਨਹੀਂ ਹੋਣੇ, ਅਭਾਗ ਚਿਹਰੇ ਚਲੇ ਜਾਣਾ। ਤੂੰ ਟੁੱਟੇ ਹੋਏ ਮਨ ਚਿੱਤ ਤੇਰੇ ਇਕੱਠ ਚ ਨਾ ਹੋਣ ਕਰਕੇ ਤੂੰ ਪਛਤਾਏਂਗਾ ਫਿਰ। ਪਰ ਮੈਂ ਭੂਲਾ ਫਿਰੇ ਅਭਾਗਾ, ਜਿਹਦੇ ਅੰਦਰ ਭਰਮ ਹੈ ਉਹੀ ਅਭਾਗਾ ਹੈ। ਜਿਹਨੇ ਭਰਮ ਛੱਡਦਾ ਉਹ ਭਾਗਾਂ ਰੱਤੀ ਚਾਰ ਹੋ ਜਾਂਦਾ। ਸੋ ਇੱਥੋਂ ਆਪਾਂ ਨੂੰ ਇਸ ਗੱਲ ਦੀ ਸੇਧ ਮਿਲਦੀ ਹੈ, ਕਰਮ ਹੋਵੇ ਤਾਂ ਸਤਿਗੁਰ ਸੇਵੇ।
जे तेरे पर बख्शिश हो जाए, तू मंगे इस गल नूं, तां सतगुर दी सेवा हो सकती है। सहजे ही सुख पाएंदा, फिर तू भागा रत्ती चार। नानक ते मुख उजले ते सच्चे दरबार, ये गल अपने ते हो जाएगी, क्योंकि सुख भी वही है। माया मल लागी, मूड़ पए अभागी। ਹੁਣ ਮਾਇਆ ਦੀ ਦੁਰਗੰਧ ਜਿਹੜੀ ਹੈਗੀ ਹੈ ਉਹ ਮਨ ਨੇ ਲੈ ਲਈ ਹੈ। ਹੁਣ ਉਹ ਦੁਰਗੰਧ 'ਚ ਫਿਰਦਾ, ਮੂੜ ਪਏ ਅਭਾਗੀ। ਤਾਂ ਹੀ ਇਹਦੇ ਮਨ ਔਰ ਚਿੱਤ ਦੋ ਭਾਗ ਇਕੱਠੇ ਨਹੀਂ ਹੋ ਰਹੇ। ਜਿਨ ਰਾਮ ਨਾਮ ਨਾ ਪਾਇਆ, ਫਿਰ ਉਹਨਾਂ ਨੂੰ ਗੁਰਬਾਣੀ ਜੋ ਮਰਜ਼ੀ ਸਮਝਾ ਲਈਏ ਭਾਉਂਦੀ ਨਹੀਂ ਹੈ, ਕਿਉਂਕਿ ਮਨ ਤੇ ਜਿਹੜੀ ਮੈਲ ਹੈਗੀ ਆ ਉਹ ਰਾਮ ਨਾਮ ਦੇ ਗੁਣ ਧਾਰ ਨਹੀਂ ਦਿੰਦੀ। ਸੋ ਰਾਮ ਨਾਮ ਨੂੰ ਜੇ ਆਪਾਂ ਵਿਚਾਰਾਂਗੇ ਤਾਂ ਉਹਦੇ ਨਾਲ ਮਲ ਜਿਹੜੀ ਹੈ ਉਹ ਲੱਥੇਗੀ। ਜਿਹੜੇ ਮੂੜਪਣ ਸਾਡੇ ਚ ਮੂਰਖਪਣ ਹੈਗਾ ਉਹ ਅਸੀਂ ਛੱਡ ਦਾਂਗੇ, ਅਭਾਗੀ ਤੋਂ ਭਾਗੀ ਹੋ ਜਾਾਂਗੇ। ਸੋ ਇਸ ਤਰ੍ਹਾਂ ਦੇ ਗੁਰਬਾਣੀ ਵਿੱਚ ਸਾਨੂੰ ਉਪਦੇਸ਼ ਮਿਲਦੇ ਆ। ਹੁਣ ਉਹ ਧਨ ਦੀ ਆਪਾਂ ਗੱਲ ਕਰ ਲੈਂਦੇ ਹਾਂ ਕਿ ਉਹ, ਕਿਉਂਕਿ ਭਾਗਾਂ ਰੱਤੀ ਆਇਆ ਹੋਇਆ। ਆਨੰਦ ਬਿਨੋਦ ਤਿੱਤੇ ਘਰ ਸੋਏ, ਜੋ ਧਨ ਕੰਤ ਸਿੰਗਾਰੀ ਜੀਓ। ਹੁਣ ਉਹ ਰੱਤੀ ਕਾਹਦੇ ਨਾਲ ਹੈ, ਉਹਨੂੰ ਰੰਗ ਕਾਹਦਾ ਚੜਿਆ, ਉਹਦਾ ਭਾਗ ਰੱਤਿਆ ਕਾਹਦੇ ਨਾਲ ਗਿਆ, ਉਹ ਕੰਤ ਪਿਆਰੇ ਸ਼ਿੰਗਾਰੇ ਨਾਲ, ਕੰਤ ਦੇ ਨਾਲ ਇੱਕ ਹੋ ਕੇ ਸ਼ਿੰਗਾਰ ਹੋ ਗਿਆ। ਇਹ ਕੰਤ ਸਾਡਾ ਮੂਲ ਹੈ, ਮੂਲ ਕੋਲ ਗਿਆਨ ਹੈ, ਉਹ ਗਿਆਨ ਨਾਲ ਸ਼ਿੰਗਾਰੀ ਗਈ ਹੈ। ਸਭ ਸ਼ਿੰਗਾਰ ਬਣੇ ਤਿਸ ਗਿਆਨ ਨੇ, ਇਹ ਗੱਲ ਨੂੰ ਹੋਰ ਵੀ ਸਪਸ਼ਟ ਕਰਤਾ ਵੀ ਤਿਸ ਦਾ ਗਿਆਨ ਨੇ ਲੈ ਲਈਏ ਜੇ ਆਪਾਂ, ਤਾਂ ਉਹ ਜਿਹੜੇ ਸ਼ਿੰਗਾਰ ਇਹ ਜਦੋਂ ਵਿਆਹ ਹੁੰਦਾ ਸ਼ਿੰਗਾਰ ਦਾ ਬੜਾ ਜ਼ਿਕਰ ਆਉਂਦਾ, ਪਰ ਉਹ ਨਿਰਾਕਾਰੀ ਵਿਆਹ ਹੈ। ਉਹ ਨਿਰਾਕਾਰੀ ਵਿਆਹ ਲਈ ਵੀ ਸ਼ਿੰਗਾਰ ਗਿਆਨ ਦਾ ਚਾਹੀਦਾ। ਇਸ ਗੱਲ ਦੀ ਪ੍ਰੌੜਤਾ ਆਪਾਂ ਦੇਖ ਰਹੇ ਹਾਂ ਵੀ ਇੱਥੇ ਬਾਰ-ਬਾਰ ਆਪਾਂ ਨੂੰ ਉਹੀ ਗੱਲ ਮੁੜ-ਮੁੜਾਈ ਜਾਂਦੀ ਹੈ ਕਿ ਗੱਲ ਸਾਰੀ ਗਿਆਨ ਦੀ ਸੀ। ਜੇ ਆਪਾਂ ਗਿਆਨ ਲੈ ਲੈਂਦੇ ਹਾਂ ਤੇ ਉਹ ਸਾਰੇ ਸ਼ਿੰਗਾਰ ਜਿਹੜੇ ਚਾਹੀਦੇ ਆ ਕਿ ਦੁਲਹਨ ਨੂੰ, ਜਿਹਨੂੰ ਅਸੀਂ ਪੂਰਨ ਬੁੱਧ ਮੰਨਿਆ, ਉਹਦੇ ਕੋਲ ਆ ਜਾਂਦੇ ਆ। ਉਹ ਸਾ ਕੁਲਵੰਤੀ, ਹੁਣ ਉਹ ਕੁਲ ਵਾਲੀ ਵੀ ਹੋ ਗਈ ਹੈ। ਸਾ ਸਭਰਾਈ, ਉਹ ਸਾਰਿਆਂ ਨੂੰ ਭਾਉਂਦੀ ਹੈ। ਜੋ ਪਿਰਕੈ ਰੰਗੀ ਸਵਾਰੀ ਜੀਓ, ਪਰ ਇਹ ਪਿਰ ਦੇ ਨਾਲ ਰੰਗ ਚੜੇਗਾ। ਜਿਹਦੀ ਆਪਾਂ ਗੱਲ ਕਰਦੇ ਹਾਂ ਭਾਗਾਂ ਰੱਤੀ ਚਾਰ, ਉਹ ਜਿਹੜੇ ਚਾਰ ਵੇਦ ਹੈ ਉਹਨਾਂ ਚੋਂ ਕਿਸੇ ਵੇਦ ਦਾ ਗਿਆਨ ਮੰਨ ਕੇ ਉਹ ਪਿਰ ਦੇ ਨਾਲ ਰੰਗ ਚ ਰੱਤੀ ਜਾਂਦੀ ਹੈ। ਇਸ ਭਾਵ ਨਾਲ ਆਪਾਂ ਇਸ ਨੂੰ ਸਮਝਿਆ। ਪਿਰ ਕੇ ਸਹਿਜ ਰਹਿ ਰੰਗੀ ਰਾਤੀ, ਸ਼ਬਦੀ ਸ਼ਿੰਗਾਰ ਬਣਾਵਣਿਆ। ਹੁਣ ਇਹ ਗੱਲ ਹਮੇਸ਼ਾ ਪਿਰ ਦੀ ਹੋਈ ਆ ਰਹੀ ਹੈ, ਪ੍ਰਭ ਦੀ ਆ ਰਹੀ ਹੈ, ਰਾਮ ਦੀ ਆ ਰਹੀ ਹੈ। ਹੁਣ ਪਿਰ ਜੋ ਹੈ ਉਹ ਰਾਮ ਵੀ ਹੋ ਸਕਦਾ, ਕਿਸੇ ਵੇਦ ਮਾ ਚ ਉਹਨੂੰ ਅੱਲਾ ਵੀ ਕਿਹਾ ਹੋਏਗਾ, ਕਿਸੇ ਚ ਉਹਨੂੰ ਵਾਸੁਦੇਵ ਵੀ ਕਿਹਾ ਹੋਏਗਾ, ਕਿਤੇ ਉਹ ਹਰੀ ਹੈ। ਉਹ ਹੈ ਉਹਦੇ ਹੀ ਨਾਮ ਹੈ। ਪਿਰ ਕੇ ਸਹਿਜੀ ਰਹੇ, ਪਿਰ ਦੇ ਨਾਲ ਜੁੜ ਕੇ ਹੀ ਜਾਗਰਤ ਅਵਸਥਾ ਮਿਲਦੀ ਹੈ। ਉਹਦੇ ਰੰਗ ਵਿੱਚ, ਉਸੇ ਗਿਆਨ ਦੇ ਵਿੱਚ ਇਹਨੂੰ ਰੰਗ ਚੜ ਜਾਂਦਾ ਹੈ। ਗੁਰੂ ਕਾ ਸ਼ਬਦ ਰਤਨ ਹੈ, ਇਹ ਰਤਨ ਕਹਿਣ ਦਾ ਭਾਵ ਰੰਗ ਚਾੜਦਾ। ਫਿਰ ਪ੍ਰਦੇਸ਼ ਸ਼ਿੰਗਾਰ ਬਣਾਏ, ਜੇ ਹੁਣ ਤ੍ਰਿਕੁਟੀ 'ਚ ਰਹਿ ਕੇ ਕੋਈ ਸ਼ਿੰਗਾਰ ਬਣਾਏ, ਫਿਰ ਕੋਲ ਆਏ ਨਾ ਦੁਰਗੰਧ 'ਚ ਰਹੇ, ਮਨਮੁਖ ਅੰਧ ਕੈਸੇ ਕਰਮ ਕਮਾਏ, ਉਹ ਨਾ ਸੋਚੇ ਵੀ ਉਹਦੇ ਪਰ ਬਖਸ਼ਿਸ਼ ਹੋ ਜਾਏਗੀ। ਸਾ ਕੁਲਵੰਤੀ ਸਾ ਸਭਰਾਈ ਤਾਂ ਹਿਰਦੇ ਵਿੱਚ, ਜਾਂ ਆਪਾਂ ਕਹੀਏ ਭੰਡ ਚਾ ਕੇ ਇਹ ਹੋ ਸਕਦਾ। ਸੋ ਭੰਡ ਦੇ ਅਰਥ ਆਪਾਂ ਅਜੇ ਤੱਕ ਉਹੀ ਹਿਰਦੇ ਦੇ ਕੀਤੇ ਨੇ ਤੇ ਆਪਣੇ ਬਿਲਕੁਲ ਅਰਥ ਅਜੇ ਤੱਕ ਸਹੀ ਚੱਲਦੇ ਨੇ। ਮਨਿ ਰੱਤੇ ਜਿਹਵਾ ਰੱਤੀ, ਹੁਣ ਜੇ ਮਨ ਵਿੱਚ ਰੰਗ ਚੜਿਆ, ਉਹਦਾ ਪਿੱਛੋਂ ਆਪਣੇ ਕੋਲ ਆਇਆ ਕਿੱਥੋਂ ਹੈ, ਉਹ ਜਿਹਵਾ ਚੋਂ ਆਇਆ। ਕਹਿੰਦਾ ਜਿਹਵਾ ਰੱਤੀ ਹੈ, ਜਿਹਵਾ ਜੀਵ ਨੂੰ ਨਹੀਂ ਕਹਿੰਦੇ, ਉਹ ਛਾਰੇ ਵਾਲੀ ਜੀਵ ਨਹੀਂ ਹੈ, ਇੱਥੇ ਇੱਥੇ ਨਿਰਾਕਾਰੀ ਜੀਵ ਹੈ। ਇਹ ਸਭਰਾਈ ਹੈ, ਇਹ ਰੱਤੀ ਹੋਈ ਹੈ, ਇਹੀ ਕੁਲਵੰਤੀ ਹੈ। ਤਾਂ ਮਨ ਨੂੰ ਰੰਗ ਚਾੜਿਆ, ਹਰ ਗੁਣ ਸੱਚੇ ਗਾਉ। ਹੁਣ ਕਹਿੰਦੇ ਹਮੇਸ਼ਾ ਹਿਰਦੇ ਗੁਣ ਗਾਈ ਦੇ ਇਕੱਠੇ ਹੋ ਕੇ। ਨਾਨਕ ਨਾਮ ਨਾ ਵਿਸਰੈ, ਹੁਣ ਨਾਮ ਦੀ ਜਿਹੜੀ ਤਾਂਗ ਲੱਗੀ ਹੋਈ ਹੈ ਉਹ ਨਹੀਂ ਵਿਸਰ ਰਹੀ। ਸੱਚੇ ਮਾਹੇ ਸਮਾਉ, ਇਸ ਤਰ੍ਹਾਂ ਫਿਰ ਸੱਚੇ ਦਰਬਾਰ ਦੇ ਵਿੱਚ ਜਾ ਕੇ ਸੱਚਿਆਂ 'ਚ ਸਮਾ ਜੀਦਾ। ਤਨੀ ਸੋਹੇ ਮਨ ਮੋਹਿਆ, ਰੱਤੀ ਰੰਗ ਨਿਹਾਲ। ਹੁਣ ਹਿਰਦਾ ਜਿਹੜਾ ਇਹ ਤਨ ਹੈ, ਹੁਣ ਹਿਰਦਾ ਸ਼ੁੱਧ ਹੋ ਗਿਆ, ਇਹ ਸੋਹੇ ਲਿਖਿਆ, ਕਿਉਂਕਿ ਮਨ ਬੁੱਧੀ ਦੇ ਨਾਲ ਮੋਹਿਆ ਗਿਆ ਹੈ। ਤਨੀ ਸੋਹੈ, ਹਿਰਦਾ ਸ਼ੁੱਧ ਹੋ, ਸੋਹਣਾ ਹੋ ਗਿਆ, ਸੁਹਾਵਣਾ ਹੋ ਗਿਆ। ਮਨ ਮੋਹਿਆ ਗਿਆ ਕਿਹਦੇ ਨਾਲ, ਬੁੱਧੀ ਦੇ ਨਾਲ। ਜਿਹਵਾ ਰੱਤੀ ਨਾਲ ਹੋ ਗਿਆ। ਰੱਤੀ ਰੰਗ ਨਿਹਾਲ, ਉਹ ਤਾਂ ਐਡੀ ਉੱਚੀ ਨਿਹਾਲ ਅਵਸਥਾ ਹੁੰਦੀ ਹੈ ਚਾਰ ਪਦਾਰਥ ਵਾਲੀ।
पर होया किवें? शब्द ही सवारी सोहणी। पहला शब्द आप बुझिया, फिर मन नूं गाहां बुझाया, फिर रावे गुण नाल। हुण ये तां ज्ञान है मूल दा सी, ਉਹ ਹਮੇਸ਼ਾ ਪਿਰ ਨਾਲ ਜੁੜੀ ਰਹਿੰਦੀ ਹੈ। ਇਹੀ ਰੰਗਰਾਤੀ ਹੁੰਦੀ ਹੈ। ਜਿਹਵਾ ਸੱਚੀ ਸੱਚ, ਜਿਹਵਾ ਸੱਚੀ ਸੱਚੀ ਰੱਤੀ। ਹੁਣ ਜਿਹੜੀ ਸੱਚੀ ਹੋ ਗਈ ਬੁੱਧੀ, ਇਹ ਜਿਹਵਾ ਫੇਰ ਆ ਰਹੀ ਹੈ ਆਪਾਂ ਨੂੰ ਇਹੀ ਗੱਲ, ਸੱਚੀ ਹੈ। ਹੁਣ ਇਹ ਫਿਰ ਸੱਚੀ ਰਾਤੀ ਰੱਤੀ ਕਹਿਣ ਦਾ ਭਾਵ ਇਹ ਹੁਣ ਸ਼ਬਦ ਵਿੱਚ ਸਮਾ ਗਈ ਹੈ। ਤਨ ਮਨ ਸੱਚਾ ਹੋਈ, ਉਸ ਤੋਂ ਪਹਿਲਾਂ ਹਿਰਦਾ ਔਰ ਮਨ ਸੱਚਾ ਹੋ ਗਏ ਹੈ। ਬਿਨ ਸਾਚੇ ਹੋਰ ਸਲਾਹਣਾ, ਕਿਸੇ ਹੋਰ ਨੂੰ ਸਲਾਹਣ ਦੀ ਲੋੜ ਨਹੀਂ ਹੈ। ਜਸ ਹੈ ਜਨਮ ਸਭ ਖੋਏ, ਉਹਨਾਂ ਦਾ ਜਨਮ ਖੋਇਆ ਜਾਂਦਾ ਜੇ ਆਪਾਂ ਪਰਮੇਸ਼ਰ ਜਾਂ ਕਿਸੇ ਹੋਰ ਹਸਤੀ ਨੂੰ ਮੂਲ ਮੰਨ ਕੇ ਸਮਝਦੇ ਹਾਂ। ਉਸ ਤੋਂ ਇਲਾਵਾ ਜੋ ਅਸੀਂ ਧਿਆਉਣ ਦਾ ਕੰਮ ਕਰਦੇ ਹਾਂ ਉਹ ਸਾਡੇ ਕਿਸੇ ਕੰਮ ਨਹੀਂ ਹੈਗਾ। ਚੱਚੇ ਹੁਣ ਆਪਾਂ ਕਹਿੰਦੇ ਆ ਵੀ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਮੇ ਰਸ ਖਾਏ, ਕਿਤਾਬ ਹੋ ਗਏ। ਉਹਨਾਂ ਕੋਲ ਜੋ ਵੀ ਗਿਆਨ ਸੀ ਉਹ ਵੇਦ ਚੋਂ ਨਹੀਂ ਆਇਆ ਹੋਇਆ, ਚਾਹੇ ਉਹਨਾਂ ਦਾ ਮੰਨਿਆ ਹੋਇਆ, ਪਰ ਇਹ ਗੱਲ ਗੁਰੂ ਨਾਨਕ ਜੀ ਦੇ ਹੀ ਪੱਟੀ ਚੋਂ ਮਿਲਦੀ ਹੈ। ਚੱਚੇ ਚਾਰ ਵੇਦ ਜਿਨ ਸਾਜੇ, ਕੌਣ ਹੈ ਉਹ? ਪਰਸਨੈਲਿਟੀ ਦਾ ਨਾਂ ਦੱਸ ਰਹੇ ਨੇ ਵੀ ਜਿਹੜੇ ਚਾਰ ਵੇਦ ਗੁਰਮੁਖਾਂ ਦੇ ਮੰਨੇ ਹੋਏ ਨੇ, ਉਹ ਕਿਹੜੇ ਚਾਰ ਵੇਦ ਨੇ? ਉਹ ਕਿਸੇ ਹੋਰ ਕੋਲ ਨਹੀਂ ਹੈ, ਉਹ ਸਾਡੇ ਕੋਲ ਨਾ, ਗੁਰਮੁਖਾਂ ਕੋਲ ਹੀ ਨਹੀਂ, ਕਿਉਂਕਿ ਸਾਰਾ ਗੁਰਮੁਖਾਂ ਦਾ ਹੀ ਲਿਖਿਆ ਹੋਇਆ ਸਾਡੇ ਕੋਲ ਗਿਆਨ ਹੈ। ਚੱਚੇ ਚਾਰ ਵੇਦ ਜਿਨ ਸਾਜੇ, ਜਿਨ ਸਿੰਗੂਲਰ ਹੁੰਦਾ, ਪਰਮੇਸ਼ਰ ਨੇ ਸਾਜੇ ਹੈ। ਚਾਰੇ ਖਾਣੀ, ਕਿਉਂਕਿ ਖਾਣੀਆਂ ਵੀ ਉਹਦੀਆਂ ਸਾਜੀਆਂ। ਚਾਰ ਜੁਗਾਂ, ਚਾਰ ਯੁੱਗ ਵੀ ਸਾਜੇ ਹੈ। ਹੁਣ ਚਾਰ ਸ਼ਬਦ ਦਾ ਅਰਥ ਜਿਹੜਾ ਸਿਆਰੀ ਨਾਲ ਆਉਂਦਾ 4 ਹੁੰਦਾ, ਚਾਰੇ ਵੀ ਇਹਨੂੰ ਲਿਖਿਆ ਜਾਂਦਾ 84 ਟਾਈਮ ਸ਼ਾਇਦ ਚਾਰੇ ਆਉਂਦਾ, ਨਹੀਂ ਚਾਰ ਸਿਆਰੀ ਨਾਲ ਜਿਹੜਾ ਇਹ 4 ਦੀ ਸੈਂਸ ਚ ਆਉਂਦਾ। ਜੁਗ ਜੁਗ ਜੋਗੀ ਖਾਣੀ ਭੋਗੀ। ਹੁਣ ਜੁਗਾਂ ਜੁਗਾਂ ਚ ਜੋਗੀਆਂ ਨੂੰ ਯੋਗ ਦਾ ਗਿਆਨ, ਬਾਕੀਆਂ ਨੂੰ ਖਾਣੀਆਂ ਨੂੰ, ਬਾਕੀ ਖਾਣੀਆਂ ਤਾਂ ਹੁਕਮ ਚ ਹੈ, ਉਹ ਤਾਂ ਉਹਨਾਂ ਨੇ ਸਿਰਫ ਭੋਗਣਾ ਹੀ ਹੈ। ਸਰੀਰ ਦਾ ਜਿਹੜਾ ਭੋਜਨ ਹੈ ਉਹ ਆਪਣਾ ਖਾਂਦੇ ਹੈ। ਜੇ ਪੰਡਤ ਵੀ ਇਹੀ ਕਰ ਰਿਹਾ, ਅੰਨ ਦੇਵਤਾ ਪਾਣੀ ਦੇਵਤਾ, ਉਹ ਭੋਗੀ ਹੈ, ਜੇ ਜੋਗੀ ਨਹੀਂ ਬਣਿਆ। ਪਰ ਜੋਗੀ ਬਣਨ ਦਾ ਗਿਆਨ ਗੁਰਬਾਣੀ ਕਹਿੰਦੀ ਹੈ। ਭੋਗ ਤਾਂ ਜਿਹੜੇ ਹੈ ਉਹ ਭਲੇ ਨਹੀਂ ਹੈ, ਭੋਗ ਜੋਗੀਆਂ ਦੇ ਭੋਗ ਭਲੇ ਹੈ, ਕਿਉਂਕਿ ਉਹ ਜੁੜਨਾ ਚਾਹੁੰਦੇ ਆ ਬ੍ਰਹਮ ਗਿਆਨ ਨਾਲ। ਪੜ੍ਹਿਆ ਪੰਡਤ ਆਪਤੀ ਆ, ਅਸਲ ਵਿੱਚ ਜਿਹੜਾ ਪੰਡਤ ਹੈ ਉਹ ਤਾਂ ਪਰਮੇਸ਼ਰ ਹੀ ਹੈ, ਕਿਉਂਕਿ ਚਾਰੇ ਵੇਦ ਜਿਹੜੇ ਨੇ ਉਹਨੇ ਹੀ ਸਾਜੇ ਨੇ, ਉਹੀ ਅਸਲੀ ਪੰਡਤ ਹੈ। ਹਾਂ, ਜੋ ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਉਹਦੇ ਵਿੱਚ ਵੀ ਉਹਦੇ ਵਾਲੀਆਂ ਜਿਹੜੇ ਗੁਣ ਹੈ ਉਹ ਆ ਜਾਣਗੇ। ਰਾਮ ਨਾਮ ਹਿਰਦੇ ਮੈਂ ਸੁੱਧ ਹੈ, ਰਾਮ ਨਾਮ ਨੂੰ ਸੋਧ ਕੇ ਵਿਚਾਰ ਕੇ ਮੰਨੇ। ਹੁਣ ਇਹ ਚਾਰ ਦੀ ਜਿਹੜੀ ਗੱਲ ਹੈ, ਭਾਗਾਂ ਰੱਤੀ ਚਾਰ। ਹੁਣ ਚਾਰੇ ਵੇਦ ਹੋਏ ਸਚਿਆਰ, ਇਹ ਵੀ ਗੁਰੂ ਨਾਨਕ ਜੀ ਦਾ ਹੀ ਸ਼ਬਦ। ਆਪਾਂ ਇਹ ਸਾਰਾ ਜੋ ਜਿੰਨਾ ਹੈ ਉਹਨਾਂ ਦੇ ਹੀ ਪੰਕਤੀਆਂ ਚੋਂ ਅਰਥਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਚਾਰੇ ਵੇਦ, ਕੋਈ ਵੀ ਵੇਦ ਨੂੰ ਮੰਨ ਲਿਆ ਜਾਵੇ, ਖੋਜ ਲਿਆ ਜਾਵੇ, ਉਹਦੇ ਨਾਲ ਸਚਿਆਰ ਹੋਇਆ ਜਾਂਦਾ। ਇਹ ਨਹੀਂ ਕਿ ਇੱਕ ਵੇਦ ਦੂਏ ਨਾਲੋਂ ਜ਼ਿਆਦਾ ਵਧੀਆ, ਕਿਉਂਕਿ ਉਹਨਾਂ ਦਾ ਥੀਮ ਉਹੀ ਹੈ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ। ਪਰ ਇਹ ਪੜ੍ਹ ਕੇ ਉਸ ਤੋਂ ਬਾਅਦ ਇਹਨਾਂ ਦੀ ਵਿਚਾਰ, ਇਹਨਾਂ ਚੋਂ ਗੁਣ ਲੈਣੇ ਪੈਂਦੇ ਆ ਵੀ ਉਹ ਚਾਰ ਵਿਚਾਰ ਕਿਹੜੇ ਸੀ। ਜਦ ਗੁਣ ਲੈ ਸਮਝ ਲੈ ਉਹ ਚਾਰ ਵਿਚਾਰ ਕਿਹੜਾ ਸੀ ਜਿਹੜਾ ਕਿ ਅਪਣਾਉਣਾ ਸੀ। ਭਾਵ ਭਗਤੀ ਕਰਨੀ ਸਦਾ ਹੈ। ਹੁਣ ਭਾਵ ਭਗਤੀ ਸ਼ੁਰੂ ਹੋ ਗਈ, ਪਰ ਉਹ ਜਿਹੜੇ ਭਗਤ ਹੈ ਉਹ ਆਪਣੇ ਆਪ ਨੂੰ ਪਰਮੇਸ਼ਰ ਨਹੀਂ ਕਹਿੰਦੇ, ਉਹ ਪਰਮੇਸ਼ਰ ਕੇ ਦਾਸ ਕਹਿੰਦੇ। ਪੰਡਿਤ ਕਹਿੰਦਾ ਮੈਂ ਗੁਰੂ ਹਾਂ, ਉਹ ਕਹਿੰਦੇ ਵੀ ਜੇ ਤੁਹਾਡੇ ਕੋਲ ਵੇਦ ਹੈ ਤੁਸੀਂ ਗੁਰੂ ਨਹੀਂ ਕਹਿ ਸਕਦੇ, ਆਪਣੇ ਆਪ ਨੂੰ ਦਾਸ ਹੀ ਕਹੋਗੇ। ਤਾਂ ਨਾਨਕ ਮੁਖ ਅੰਦਰ ਪਾਏ, ਇਹ ਨਿਸ਼ਾਨੀ ਹੈ ਕਿਸੇ ਨੇ ਮੁਖ ਅੰਦਰ ਪਾਇਆ ਕਿ ਨਹੀਂ। ਜੇ ਉਹ ਆਪਣੇ ਆਪ ਨੂੰ ਗੁਰੂ ਸਮਝਦੇ ਆ ਫਿਰ ਉਹਨਾਂ ਕੋਲ ਇਹ ਗੱਲ ਨਹੀਂ ਹੈ। ਹੁਣ ਜਿਹੜੀ ਅਖੀਰੀ ਪੰਕਤੀ ਹੈ ਉਹਦੇ ਵਿੱਚ ਆਉਂਦਾ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ। ਇਹਦੀਆਂ ਕਾਫੀ ਆਪਣੇ ਕੋਲ ਵਿਆਖਿਆਵਾਂ ਹੈ। ਇਹਦਾ ਮੂਲ ਕੀ ਹੈ? ਜਿਨੀ ਇੱਕ ਮਨੀ ਨਾਮ ਧਿਆਇਆ। ਪਹਿਲਾਂ ਮਨ ਇੱਕ ਹੋਣਾ, ਮਨ ਦੇ ਵਿੱਚ ਇੱਕ ਹੋਣਾ ਅਸੀਂ, ਫਿਰ ਨਾਮ ਧਿਆਇਆ ਜਾਣਾ। ਔਰ ਉਹਦੇ ਲਈ ਗੁਰਮਤੀ ਵਿਚਾਰ ਚਾਹੀਦੀ ਹੈ, ਵੇਦ ਚਾਹੀਦਾ, ਨਾਮ ਚਾਹੀਦਾ। ਤਿੰਨ ਕੇ ਮੁਖ ਸਦ ਉਜਲੇ, ਉਹ ਸਦ ਉਜਲੇ ਮੁਖ ਹੈ, ਇਹ ਹਿਰਦੇ ਨੇ ਤੇ ਸੱਚੇ ਦਰਬਾਰ, ਕਿਉਂਕਿ ਬਾਹਰ ਸਰੀਰ ਨੇ ਨਹੀਂ ਜਾਣਾ ਉੱਥੇ। ਇਹ ਮੁਖ ਜਿਹੜਾ ਹੈ, ਇਹ ਜਿਹੜਾ ਦਰਬਾਰ ਚ ਉਜਲਾ ਹੋ ਰਿਹਾ, ਉਹ ਸਾਡਾ ਜਿਹੜਾ ਭੰਡ ਚ ਅਸੀਂ ਗਿਆਨ ਲਿਆ, ਉਹ ਜਿਹੜਾ ਸੁੱਧ ਹਿਰਦਾ, ਉਹੀ ਸਾਡਾ ਗਾਹਾਂ ਜਿਹੜਾ ਹੈ ਉਜਲਾ ਸਮਝਿਆ ਜਾਣਾ। ਧੰਦਾ ਤਾਵਤ ਰਹਿ ਗਏ, ਲਾਗਾ ਸੱਚ ਪਿਆਰ।
ਹੁਣ ਧੰਦਾ ਤਾਂ ਪਿੱਛੇ ਹੀ ਛੁੱਟ ਗਿਆ, ਮਾਇਆ ਪਿੱਛੇ ਹੀ ਛੁੱਟ ਗਈ। ਲਾਗਾ ਸਾਚੀ ਪਿਆਰ ਜਦੋਂ ਪਤਾ ਲੱਗਿਆ ਵੀ ਪਰਮੇਸ਼ਰ ਕਰਤਾ ਹੈ, ਚਾਰ ਖਾਣੀਆਂ ਚਾਰ ਸਭ ਦਾ ਉਹੀ ਕਰਤਾ ਧਰਤਾ ਹੈ, ਹੁਣ ਉਹਦੇ ਨਾਲ ਮਿਲਣ ਨੂੰ ਪਿਆਰ ਲੱਗਿਆ। ਸੱਚ ਰੱਤੇ ਮੁਖ ਉਜਲੇ, ਜਿਹੜੇ ਸੱਚੀ ਚ ਰੱਤੇ ਗਏ, ਜਿਹੜੇ ਪਰਮੇਸ਼ਰ ਦੇ ਗਿਆਨ ਚ ਰੱਤੇ ਗਏ, ਉਹਨਾਂ ਦੇ ਮੁਖ ਉਜਲੇ ਹੈ। ਕਿ ਸੱਚੇ ਦਰਬਾਰ, ਇਹ ਵੀ ਗੱਲ ਤੇ ਸੱਚੇ ਦਰਬਾਰ ਦੀ ਆਈ ਜਾਂਦੀ ਹੈ। ਇਹ ਬਾਰ-ਬਾਰ ਕਨਸੈਪਟ ਨੂੰ ਕਲੀਅਰ ਕੀਤਾ ਹੋਇਆ। ਨਾਨਕ ਆਖੈ ਇਹ ਵਿਚਾਰ, ਨਾਨਕ ਜੀ ਨੇ ਵੀ ਕਿਹਾ ਸਿਫਤੀ ਗੰਢ ਪਵੇ ਦਰਬਾਰ। ਸਿਫਤੀ ਦੀ ਗੱਲ ਆਪਾਂ ਸਿਫਤ ਕਰਨੀ ਹੈ। ਸਿਫਤੀ ਸਿੰਗੂਲਰ ਚ ਵੀ ਆਉਂਦਾ, ਪਰਮੇਸ਼ਰ ਆਉਂਦਾ। ਸਿਫਤੀ ਜਿਹੜੇ ਆਪਾਂ ਉਹਦੀਆਂ ਸਿਫਤਾਂ ਕਰਾਂਗੇ, ਉਹਨਾਂ ਦੀ ਦਰਬਾਰ ਚ, ਸੱਚੇ ਦਰਬਾਰ ਚ ਗੰਢ ਪੈਂਦੀ ਹੈ। ਉਹੀ ਮੁਕਤ ਹੈ, ਉਹਨਾਂ ਕੋਲ ਹੀ ਅੱਗੇ ਫਿਰ ਚਾਰ ਪਦਾਰਥ ਹੁੰਦੇ ਨੇ। ਕਹੋ ਨਾਨਕ ਗੁਰ ਮੰਤਰ ਚਿਤਾਰ, ਜਿਹੜਾ ਗੁਰ ਮੰਤਰ ਹੈ ਉਹ ਚਾਰਾਂ ਵੇਦਾਂ ਚ ਇੱਕ ਹੀ ਹੈ। ਸੁਖ ਪਾਵੇਂ ਸਾਚੇ ਦਰਬਾਰ, ਉਹ ਕਹਿੰਦੇ ਵੀ ਸੁਖ ਤਾਂ ਸਾਚੇ ਦਰਬਾਰ ਚੋਂ ਹੀ ਪ੍ਰਾਪਤ ਹੁੰਦਾ। ਮਨ ਨੂੰ ਇੱਥੇ ਆਪਣੇ ਹਿਰਦੇ ਚ ਲੈ ਕੇ ਹਿਰਦਾ ਸ਼ੁੱਧ ਕਰ ਲਓ। ਸ਼ੁੱਧ ਹਿਰਦੇ ਦੇ ਵਿੱਚ ਫਿਰ ਭੰਡ ਜੰਮੀਏ, ਭੰਡ ਜੰਮਦਾ, ਭੰਡ ਹੋਵੇ ਬੰਧਾਨ। ਇਹੀ ਬੰਧਾਨ ਸਭ ਤੋਂ ਉੱਚੀ ਅਵਸਥਾ ਇੱਥੋਂ ਹੀ ਮਿਲਦੀ ਹੈ। ਤੇ ਭੰਡ ਤੋਂ ਹੀ ਰਾਜਾਨ ਜੰਮਦੇ ਨੇ, ਭੰਡ ਤੋਂ ਹੀ ਰਾਜਾਨ ਦੀ ਪਦਵੀ ਹੁੰਦੀ ਹੈ, ਪ੍ਰਾਪਤ ਹੁੰਦੀ ਹੈ। ਸੋ ਇੱਥੇ ਆਪਾਂ ਜੋ ਅਰਥ ਕੀਤੇ ਆ ਇਹਦੀ ਸਮਾਪਤੀ ਕਰਾਂਗੇ। ਜਿਤ ਮੁਖ ਸਦਾ ਸਲਾਹੀਏ, ਕਹਿਣ ਦਾ ਭਾਵ ਜਿਸ ਹਿਰਦੇ ਵਿੱਚ ਸਦਾ ਸਲਾਣਾ ਹੋਵੇ। ਸਲਾਣਾ ਲਈ ਭਾਗਾਂ ਰੱਤੀ ਚਾਰ, ਚਾਰੇ ਵੇਦਾਂ ਚੋਂ ਗਿਆਨ ਲੈ ਕੇ, ਕਿਸੇ ਇੱਕ ਵੇਦ ਦਾ ਗਿਆਨ ਜੇ ਕੋਈ ਅੱਲਾਹ ਨੂੰ ਸਲਾਹ ਲਵੇ ਔਰ ਸਮਝ ਲਵੇ, ਉਹਨੂੰ ਵੀ ਉਹੀ ਪ੍ਰਾਪਤ ਹੋਏਗਾ ਫਲ ਜੋ ਕਿ ਰਾਮ ਵਾਲੇ ਨੂੰ ਹੋਏਗਾ। ਗੁਰਬਾਣੀ ਜੋ ਹੈ ਉਹ ਕਿਸੇ ਇੱਕ ਫਿਰਕੇ ਦੇ ਵੱਲ ਨਹੀਂ ਝੁਕਦੀ। ਅੱਲਾ ਰਾਮ ਕੇ ਪਿੰਡ ਪ੍ਰਾਣ, ਇਹ ਹੋਰ ਕਿਤੇ ਨਹੀਂ ਲਿਖਿਆ, ਕਿਉਂਕਿ ਇਹ ਵੇਦਾਂ ਦੀ ਗੱਲ ਹੈ। ਵੇਦਾਂ ਦੇ ਚਾਰਾਂ ਵੇਦਾਂ ਵਿੱਚ ਜੇ ਚਾਰ ਅਲੱਗ-ਅਲੱਗ ਐਂਟੀਟੀਜ਼ ਮੰਨੀਆਂ, ਉਹਦੇ ਨਾਲ ਜਿਹੜੀ ਹੈ ਸਾਡੀ ਬੁੱਧੀ ਹੈ ਉਹ ਭਾਗਾਂ 'ਚ ਰੱਤੀ ਜਾਏਗੀ। ਜਿਹੜੀ ਉਹਦੇ ਭਾਗ ਹੈ ਇੱਕ ਹੋ ਜਾਣਗੇ। ਉਹ ਆਪ ਹੈਲਪ ਕਰ ਰਹੀ ਹੈ ਤਾਂ ਕਿ ਜਿਹੜੇ ਮਨ ਨੂੰ ਰੰਗ ਚੜ ਜਾਵੇ। ਜਦ ਮਨ ਨੂੰ ਰੰਗ ਚੜ ਗਿਆ ਤਾਂ ਚਿੱਤ ਤਾਂ ਉਹ ਆਪੇ ਰੱਤੀ ਹੋਈ ਹੈ। ਤਾਂ ਇਹ ਸਾਰਾ ਜਿਹੜਾ ਭਾਗ ਹੈ ਇਸ ਤਰ੍ਹਾਂ ਕਰਕੇ ਇੱਕ ਭਾਗ ਬਣ ਜਾਂਦਾ। ਉਹਨੂੰ ਗਾਹਾਂ ਫਿਰ ਜਨਮ ਪਦਾਰਥ ਮਿਲਣਾ। ਨਾਨਕ ਤੇ ਮੁਖ ਉਜਲੇ, ਮੁਖ ਉਜਲ ਵਾਲਿਆਂ ਨੂੰ ਕੀ ਹੁੰਦਾ ਫਿਰ? ਤੇ ਸੱਚੇ ਦਰਬਾਰ, ਉਹਨਾਂ ਨੂੰ ਦਰਬਾਰ ਵੀ ਸ਼ੋਭਾ ਮਿਲਦੀ ਹੈ। ਕਹਿਣ ਦਾ ਭਾਵ ਮੁਖ ਉਜਲ ਕਰਨਾ ਪਹਿਲਾ ਕੰਮ ਹੈ। ਭਾਗਾਂ ਰੱਤੀ ਚਾਰ ਹੋ ਕੇ ਅਸੀਂ ਫਿਰ ਅੱਗੇ ਜਿਹੜਾ ਸੱਚੇ ਦਰਬਾਰ ਵਿੱਚ ਜਿਹੜਾ ਕਿ ਹੁਕਮ ਹੈ, ਪਰਮੇਸ਼ਰ ਹੈ ਜਿਹਨੇ ਕਿ ਸਾਨੂੰ ਕਿਰਪਾ ਕਰਨੀ ਹੈ। ਅੱਗੇ ਉਹਨੇ ਸਾਨੂੰ ਪਹਿਲਾਂ ਜਨਮ ਪਦਾਰਥ, ਪਹਿਲਾਂ ਨਾਮ ਪਦਾਰਥ ਤੇ ਫਿਰ ਜਨਮ ਪਦਾਰਥ ਦੀ ਪ੍ਰਾਪਤੀ ਐ ਹੁੰਦੀ ਹੈ। ਸੋ ਇਹ ਜਿਹੜਾ ਸਾਰਾ ਸ਼ਲੋਕ ਹੈ ਇਹ ਹਿਰਦੇ ਵਿੱਚ ਲਿਆ ਕੇ ਸੁਰਤ ਨੂੰ ਉੱਥੇ ਮੁਖ ਉਜਲਾ ਕਰਕੇ ਦਰਬਾਰ ਵਿੱਚ ਜੋ ਆਪਣੀ ਸ਼ੋਭਾ ਪਾਉਣੀ ਹੈ। ਇਹ ਹੈ ਨਾ ਕਿ ਕਿਤੇ ਹੋਰ ਕਿਸੇ ਨੂੰ ਭੁਲੇਖੇ 'ਚ ਪਾ ਕੇ ਸ਼ਲੋਕ ਪੜ੍ਹ ਲਿਆ ਤੇ ਉਸ ਤੋਂ ਪਹਿਲਾਂ ਭੋਜਨ ਛਕ ਲਿਆ ਤੇ ਸੋਚਿਆ ਵੀ ਤੇਰੇ ਪਰ ਕਿਰਪਾ ਹੋ ਜਾਏਗੀ। ਉਹ ਗੱਲ ਨੂੰ ਰੱਦ ਕੀਤਾ। ਉਹ ਜਿਹੜਾ ਭਰਮ ਪਾਇਆ ਹੋਇਆ ਸੀ, ਚਾਹੇ ਮੁੱਲਾ ਨੇ ਪਾਇਆ ਹੋਇਆ ਸੀ, ਉਹ ਵੀ ਭੁੱਖੇ ਮੁੱਲਾ ਘਰੇ ਮਸੀਤ ਬਣਾਈ ਹੈ। ਇਹ ਵੀ ਲੋਕਾਂ ਤੋਂ ਸਿਰਫ ਦਾਨ ਜਿਹਨੂੰ ਕਹਿੰਦੇ ਆ ਉਹ ਦਾਨ ਨਾਲ ਰਲੇ ਰਲਾਇਆ ਨਹੀਂ ਹੈ। ਲੋਕਾਂ ਤੋਂ ਪੈਸੇ ਜਾਂ ਆਪਣੀ ਉਪਜੀਵਿਕਾ ਚਲਾਉਣ ਲਈ ਜੋ ਭਰਮ ਚ ਪਾਉਂਦੇ ਆ ਉਹਨਾਂ ਨੂੰ ਦੱਸਿਆ ਵੀ ਇਹਦੇ ਨਾਲ ਪ੍ਰਾਪਤੀ ਨਹੀਂ ਹੈ। ਹਾਂ, ਜਿਹੜੇ ਭਗਤਾਂ ਨੇ ਉਸ ਭੰਡ ਚ ਆਪਣੀ ਸੁਰਤ ਲੈ ਗਏ ਆ, ਹਿਰਦਾ ਸ਼ੁੱਧ ਕੀਤਾ, ਉਹਨਾਂ ਦੇ ਹੀ ਮੁਖ ਉਜਲ ਹੋਏ ਆ ਤੇ ਉਹ ਸੱਚੇ ਦਰਬਾਰ ਵਿੱਚ ਪ੍ਰਵਾਨ ਹੋਏ ਆ। ਉਹਨਾਂ ਦਾ ਫਿਰ ਜਨਮ ਕੱਟਿਆ ਜਾਏਗਾ। ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।